ਵਾਹਿਗੁਰੂ ਸਾਹਿਬ ਜੀਓ। ਸਵਈਆ ਮਾਨ ਕੇ ਬੈਨ ਕੋ ਮਾਨਵ ਲੈ ਸੰਗ, ਲੇਨ ਬਰਾਤ ਚੱਲਾ ਅਗਵਾਨੀ। ਵਿਪਰਨ ਵਾਹਜ ਵੈਸਨ ਸੂਦਰਣ, ਬ੍ਰਿੰਦ ਭਏ ਸੁਭ ਬੋਲਤ ਬਾਨੀ। ਮਾਨ ਕੇ ਬੈਨ ਕੋ ਮਾਨਵ ਲੈ ਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ੁਭ ਵਿਵਾਹ ਕਾਰਜ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਸਾਰੇ ਇਕੱਤਰ ਹੋ ਕੇ ਰਿਸ਼ਤੇਦਾਰ ਆਦਿਕ ਸਾਰਿਆਂ ਦੇ ਮਿੱਤਰ ਦੋਸਤ ਭੈਣ ਭਰਾ ਸਭ ਸੋਹਣੇ ਘੋੜਿਆਂ ਤੇ ਪਾਲਕੀਆਂ, ਹਾਥੀ, ਊਠ, ਗੱਡੇ ਆਦਿਕ ਇਹਨਾਂ ਦੇ ਵਿੱਚ ਸਮਾਨ ਲੈ ਕੇ ਚੱਲੇ ਹਨ। ਕੱਲ ਸਰਵਣ ਕੀਤਾ ਸੀ ਕਿ ਇਸ ਪ੍ਰਕਾਰ ਮਹਾਰਾਜ ਦਾ ਸੋਹਣਾ ਇਹ ਕਾਰਜ ਕਰਨ ਲਈ ਸਾਰੇ ਬੜੇ ਉਤਸ਼ਾਹਤ ਹਨ। ਨਗਰ ਦੇ ਬਾਹਰ ਬਟਾਲਾ ਨਗਰ ਪੱਖੋ ਕੇ ਰੰਧਾਵਿਆਂ ਦੇ ਚੋਣਾ ਗੋਦ ਦੇ ਜੋ ਮੂਲ ਚੰਦ ਜੀ ਪਟਵਾਰੀ ਲੱਗੇ ਹੋਏ ਸਨ ਉੱਥੇ, ਸੋ ਉਹਨਾਂ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦਾ ਨਾਮ ਆਪਾਂ ਮਾਤਾ ਕਰਕੇ ਲੈਂਦੇ ਹਾਂ, ਉਹਨਾਂ ਦੇ ਨਾਲ ਸ਼ੁਭ ਆਨੰਦ ਕਾਰਜ ਲਈ ਬਰਾਤ ਨਗਰ ਦੇ ਬਾਹਰ ਪਹੁੰਚ ਕੇ ਢੁਕੀ। ਇੱਧਰ ਖਬਰ ਮਿਲ ਗਈ ਬਾਬਾ ਮੂਲ ਚੰਦ ਜੀ ਨੂੰ ਅਤੇ ਹਿੱਤਾ ਜੋ ਪਿੰਡ ਦਾ ਸਰਪੰਚ ਹੈ। ਹਿੱਤਾ ਕਾਫੀ ਉਮਰ ਦੇ ਵਿੱਚ ਵੱਡਾ ਹੈ, ਜੋ ਕਹਿ ਰਿਹਾ ਕਿ ਮੈਂ ਜਾ ਨਹੀਂ ਸਕਾਂਗਾ, ਪਰ ਕਹਿ ਰਹੇ ਨੇ ਮੂਲ ਚੰਦ ਜੀ ਕਿ ਤੁਸੀਂ ਜ਼ਰੂਰ ਚੱਲੋ, ਕਿਉਂਕਿ ਉੱਥੋਂ ਵੱਡੇ ਵੱਡੇ ਲੋਕ ਆਏ ਹੋਏ ਨੇ, ਆਪਾਂ ਨੂੰ ਜਾਣਾ ਚਾਹੀਦਾ। ਇਸ ਤਰ੍ਹਾਂ ਹਿੱਤਾ ਜੀ ਨੇ ਵੀ ਕਿਹਾ ਕਿ ਤੁਸੀਂ ਸਾਰੇ ਜਾਣੇ ਆਏ ਹੋਏ ਨੇ, ਖਰਚਾ ਕਰਨ ਵਿੱਚ ਕੰਜੂਸੀ ਨਾ ਕਰਨਾ, ਖੁੱਲ੍ਹ ਕੇ ਖਰਚਾ ਕਰਿਓ, ਇਹਦੇ ਵਿੱਚ ਹੀ ਆਪਣੀ ਇੱਜ਼ਤ ਹੈ, ਮਾਣ ਹੈ। ਸੋ ਆਓ ਸਰਵਣ ਕਰਦੇ ਹਾਂ ਅੱਗੇ ਜਿਸ ਪ੍ਰਕਾਰ ਬਰਾਤ ਨੂੰ ਲੈਣ ਚੱਲੇ ਨੇ। ਸਤਿਗੁਰੂ ਮਹਾਰਾਜ ਅਤੀ ਸੁੰਦਰ ਸਰੂਪ ਦੇ ਵਿੱਚ ਬਿਰਾਜਮਾਨ ਹਨ, ਸਾਰੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਨੇ, ਕਿਉਂਕਿ ਪਹਿਲੀ ਵਾਰ ਸ੍ਰਿਸ਼ਟੀ ਉੱਤੇ ਹੋਇਆ ਹੈ। ਅੱਗੇ ਕਦੇ ਵੀ ਐਸਾ ਨਹੀਂ ਹੋਇਆ ਕਿ ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਨੇ ਆਪਣਾ ਸਰੂਪ ਧਾਰਨ ਕੀਤਾ ਹੈ ਅਤੇ ਇੱਕ ਅਜੀਬ ਗੱਲ ਹੈ, ਹੁਣ ਤੱਕ ਵਿਸ਼ਨੂੰ ਦੇ 23 ਅਵਤਾਰ ਆਏ ਨੇ। ਜਦੋਂ ਵੀ ਉਹਨਾਂ ਦੀ ਸ਼ਾਦੀ ਹੋਈ ਹੈ ਤਾਂ ਲక్ష్ਮੀ ਨਾਲ ਹੀ ਹੋਈ। ਸ੍ਰਿਸ਼ਟੀ ਦੀ ਸਾਜਣਹਾਰ ਦੂਈ ਕੁਦਰਤ ਸਾਜੀਐ, ਘਰ ਆਸਣ ਡਿਠੋ ਚਾਓ। ਇੱਕ ਓੰਕਾਰ ਸ੍ਰਿਸ਼ਟੀ ਦੇ ਮਾਲਕ ਨੇ ਤੇ ਦੂਈ ਕੁਦਰਤ ਉਹਨਾਂ ਦੀ ਪਤਨੀ, ਉਹਨਾਂ ਦੀ ਤਾਕਤ, ਉਹਨਾਂ ਦੀ ਸ਼ਕਤੀ। ਇਹ ਪਹਿਲੀ ਵਾਰ ਹੈ ਕਿ ਸ੍ਰਿਸ਼ਟੀ ਉੱਤੇ ਮਾਇਆ ਦੇ ਨਾਲ ਬ੍ਰਹਮ ਦਾ ਸੰਬੰਧ ਹੋ ਰਿਹਾ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਿਚਾਰਯੋਗ ਹੁੰਦੀਆਂ ਨੇ ਜਿਹੜੀਆਂ ਆਮ ਤੌਰ ਤੇ ਨਹੀਂ ਪਤਾ ਹੁੰਦੀਆਂ। ਬਹੁਤ ਸਾਰੇ ਲੋਕ ਥੱਲੇ ਦੁਨਿਆਵੀ ਢੰਗ ਨਾਲ ਹੀ ਸੋਚੀ ਜਾਂਦੇ ਨੇ, ਪਰ ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਹੁਣ ਜਿੰਨੀ ਕਿ ਕਿਸੇ ਦੀ ਬੁੱਧੀ ਹੁੰਦੀ ਹੈ ਉਹਦੇ ਮੁਤਾਬਕ ਹੀ ਉਹ ਸੋਚਦਾ ਹੈ। ਤਾਂ ਤੇ ਆਓ ਸਤਿਗੁਰੂ ਮਹਾਰਾਜ ਦੇ ਪਾਵਨ ਸ਼ੁਭ ਵਿਵਾਹ ਕਾਰਜ ਨੂੰ ਆਪਾਂ ਵੀ ਦੇਖੀਏ, ਆਪਣੇ ਧਿਆਨ ਦੇ ਨਾਲ ਉੱਥੇ ਪਹੁੰਚ ਕਰਕੇ ਕਿਸ ਪ੍ਰਕਾਰ ਲੈਣ ਜਾਂਦੇ ਹਨ।
ਰਸਨਾ ਨੂੰ ਕਰੀਏ ਪਵਿੱਤਰ ਪਿਆਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ ਸਵਈਆ ਮਾਨ ਕੇ ਬੈਨ ਕੋ ਮਾਨਵ ਲੈ ਸੰਗ ਲੈਨ ਬਰਾਤ ਚੱਲਾ ਅਗਵਾਨੀ। ਮਨ ਕਰਕੇ ਉਸ ਵਕਤ ਬਚਨ ਦੇ ਤਾਈ ਮਾਨਵ ਜਿਹੜੇ ਬਹੁਤ ਸਾਰੇ ਲੈ ਕੇ ਬੰਦੇ ਬਰਾਤ ਨੂੰ ਅੱਗਿਓਂ ਲੈਣ ਵਾਸਤੇ ਚੱਲੇ। ਵਿਪਰਨ ਵਾਹਜ ਬੈਸਨ ਸੂਦਰਨ ਬ੍ਰਿੰਦ ਭਏ ਸੋ ਬੋਲਤ ਬਾਨੀ। ਸੋ ਉਸ ਵਕਤ ਦੇ ਚਾਰ ਵਰਨ ਬ੍ਰਾਹਮਣ ਵੈਸ਼ ਸੂਦ ਖੱਤਰੀ ਆਦਿਕ ਸੋਹਣੀ ਬਾਣੀ ਬੋਲਦੇ ਹਨ। ਜੋਗ ਕੋ ਨੇਗ ਲਏ ਸਭ ਹੀ ਨਿਕਸੇ ਨਗਰੀ ਕੇ ਮੰਗਹਿ ਠਾਨੀ। ਹੁਣ ਜੋ ਇਸ ਸਮੇਂ ਦੇ ਉੱਤੇ ਲਾਗ ਆਦਿਕ ਸੀ ਸਮਾਨ ਸੀ ਸਾਰਾ ਲੈ ਕੇ ਵਿਵਾਹ ਦਾ, ਇਹ ਜੋ ਪਹਿਲਾਂ ਜੀ ਆਇਆਂ ਨੂੰ ਕਹਿਣ ਲਈ ਉਹਨਾਂ ਨੂੰ ਦੇਣਾ ਹੁੰਦਾ ਹੈ। ਨਗਰ ਤੋਂ ਬਾਹਰ ਬਹੁਤ ਹੀ ਉਮੰਗ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਚੱਲੇ। ਡੰਕ ਦਮਾਮਨ ਘਾਵ ਭਰੇ ਐਨ ਰੀਤ ਬਿਲੋਕਤ ਬਰਾਤ ਜੋ ਡਾਨੀ। ਹੁਣ ਇਹ ਜਿਹੜਾ ਹੈ ਇਸ ਸਥਾਨ ਦੇ ਉੱਤੇ ਕਿ ਦਮਾਮਿਆਂ ਦੇ ਉੱਤੇ ਡੰਕੇ ਦੀ ਚੋਟ ਲੱਗੀ ਹੈ, ਚੋਬਾਂ ਦੀ ਚੋਟ ਲੱਗੀ ਹੈ। ਘਾਵ ਭਰੇ ਨਰੀਤ ਬਿਲੋਕ ਬਰਾਤ ਜੋ ਡਾਨੀ, ਨਗਾਰੇ ਤੇ ਚੋਟ ਪਈ ਹੈ, ਜੁੜੀ ਹੈ ਸਾਰੀ ਬਰਾਤ ਇਕੱਠੀ ਹੋ ਕੇ। ਹੋਤ ਭਇਓ ਸਮਤੀਨ ਕੋ ਮੇਲ ਨਿਸ਼ਾਵਰ ਕੀਨ ਉਬੈ ਸੁਖ ਮਾਨੀ। ਸੰਬੰਧੀਆਂ ਦਾ ਆਪਸ ਵਿੱਚ ਹੁਣ ਮੇਲ ਹੋਇਆ ਹੈ ਅਤੇ ਦੋਨੋਂ ਪਾਸਿਆਂ ਤੋਂ ਬਹੁਤ ਧਨ ਵਾਰਿਆ ਗਿਆ, ਬੜੀਆਂ ਖੁਸ਼ੀਆਂ ਹੋਈਆਂ। ਸਾਦਰ ਕੋ ਕੁਲ ਰੀਤ ਕਰੀ ਭਲ ਪ੍ਰੀਤ ਵੱਡੀ ਨਾ ਕਿਸੀ ਮਨ ਹਾਨੀ। ਸਹਿਤ ਆਦਰ ਦੇ ਕੁਲ ਦੀ ਰੀਤੀ ਜੋ ਹੈ ਉਹ ਵਧੀ ਹੈ, ਪ੍ਰੀਤ ਵਧੀ ਹੈ ਆਪਸ ਦੇ ਵਿੱਚ, ਕਿਉਂਕਿ ਰੀਤੀਆਂ ਕੀਤੀਆਂ ਹਨ ਸਾਰੀਆਂ ਪੂਰੀਆਂ। ਕਿਸੇ ਦੇ ਮਨ ਨੂੰ ਕੋਈ ਹਾਨੀ ਨਹੀਂ ਹੋਈ, ਭਾਵ ਕਿਸੇ ਨੂੰ ਇਹ ਨਹੀਂ ਲੱਗਿਆ ਕਿ ਇੱਥੇ ਕੁਛ ਐਸਾ ਹੋਇਆ ਜਿਹਦੇ ਨਾਲ ਮਨ ਵਿੱਚ ਖੁਸ਼ੀ ਨਾ ਹੋਈ ਹੋਵੇ। ਹਰ ਇੱਕ ਦਾ ਮਨ ਖੁਸ਼ ਹੋਇਆ। ਲੋਚਨ ਸੋ ਅਵਲੋਕਤ ਦੁਲਹਾ ਮੂਲੇ ਕੋ ਧਨ ਹੀ ਧਨ ਬਖਾਨੀ। ਅੱਖਾਂ ਦੇ ਨਾਲ ਜਾ ਕੇ ਜਦੋਂ ਗੁਰੂ ਨਾਨਕ ਦੇਵ ਜੀ ਲਾੜੇ ਨੂੰ ਦੇਖਿਆ, ਸਾਰਿਆਂ ਨੇ ਦੇਖਦਿਆਂ ਹੀ ਦੰਗ ਰਹਿ ਗਏ। ਇੰਨਾ ਸੁੰਦਰ ਸਰੂਪ ਹੈ ਮਹਾਰਾਜ ਦਾ। ਜਿਹੜੇ ਪਿੰਡ ਵਿੱਚੋਂ ਨਾਲ ਗਏ ਸੀ ਪਤਵੰਤੇ, ਉਹ ਬਾਬਾ ਮੂਲ ਚੰਦ ਜੀ ਨੂੰ ਧੰਨ ਹੀ ਧੰਨ ਕਹਿ ਰਹੇ ਨੇ। ਧੰਨ ਹੈ ਤੈਨੂੰ ਇੰਨਾ ਸੁੰਦਰ ਜੋ ਲਾੜਾ ਮਿਲਿਆ ਹੈ। ਭਾਗਨ ਪੂਰਨ ਕੋ ਇਹ ਭਾਜਨ ਜਾਤੇ ਜਮਾਤਾ ਭਇਓ ਗੁਣ ਖਾਨੀ। ਇਹ ਬਹੁਤ ਹੀ ਬੜੇ ਪੂਰੇ ਭਾਗਾਂ ਦਾ ਪਾਤਰ ਹੈ ਕਿ ਇਤਨਾ ਸੁੰਦਰ ਜੋ ਆ ਕਰਕੇ ਲੋਕੀ ਕਹਿੰਦੇ ਨੇ ਇਹਨਾਂ ਨੂੰ ਜਵਾਈ ਮਿਲਿਆ ਹੈ। ਦੋਹਰਾ ਮਿਲ ਕਰ ਦੋਹਾਂ ਦੇ ਸਪਰਸ ਪਰ ਸਰਸਤ ਹਰਕਤ ਹੋਏ। ਮਿਲ ਕਰਕੇ ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਦੋਨੋਂ ਪਾਸਿਆਂ ਤੋਂ ਖੁਸ਼ ਹੋਏ ਹਨ ਸਾਰੇ। ਗਮਨੇ ਨਗਰੀ ਕੋ ਬਹਰਾ ਚਹਿਤ ਕਰਿਓ ਅਬ ਢੋਏ। ਨਗਰੀ ਨੂੰ ਹੁਣ ਜਾਣ ਲੱਗੇ ਨੇ। ਉੱਥੇ ਜਾ ਕਰਕੇ ਜਿੱਥੇ ਬਰਾਤ ਦਾ ਢਕਾਓ ਹੋਣਾ, ਜੰਝ ਘਰ ਬਣਿਆ ਹੋਇਆ ਹੈ, ਉੱਥੇ ਜਾ ਕੇ ਢਕਾਓ ਕਰੀਏ। ਸੋਈਆ ਗਜ ਗਾਜਤ ਸਾਜ ਸਜੇ ਸਭ ਹੀ ਤੁਨ ਘੰਟਣ ਕੀ ਉੱਠ ਹੀ ਵੱਡ ਘੋਰਾ। ਇਹਦੇ ਨਾਲ ਨਾਲ ਹਾਥੀ ਗੱਜਦੇ ਨੇ, ਬੜੀ ਉੱਚੀ ਆਵਾਜ਼ ਦੇ ਵਿੱਚ ਘੋੜੇ ਹਿਣਕਦੇ ਹਨ ਜਿਹੜੇ ਜਾਂਦੇ ਨੇ। ਉਹਨਾਂ ਦੇ ਉੱਤੇ ਜਿਸ ਪ੍ਰਕਾਰ ਘੰਟੀਆਂ ਆਦਿਕ ਨੇ, ਘੋੜਿਆਂ ਤੇ ਹਾਥੀਆਂ ਤੇ ਇਹ ਚੀਜ਼ਾਂ ਛਣਕਣ ਵਾਲੀਆਂ ਪਾਈਆਂ ਹੋਈਆਂ ਨੇ, ਉਹ ਵੀ ਵੱਜ ਰਹੀਆਂ ਨੇ। ਅਸ ਹਿੰਸਤ ਜੀਨ ਜਰਾਵ ਜਰੇ ਅਵਨੀ ਖੁਰ ਬਾਜ ਰਹੇ ਚਹੂ ਓਰਾ। ਘੋੜੇ ਹਿਣਕਦੇ ਨੇ, ਕਾਠੀਆਂ ਬੜੀਆਂ ਸੋਹਣੀਆਂ ਜੜਾਊ ਪਾਈਆਂ ਹੋਈਆਂ ਨੇ ਅਤੇ ਧਰਤੀ ਉੱਤੇ ਘੋੜਿਆਂ ਦੇ ਖੁਰ ਵੱਜ ਵੱਜ ਕੇ ਖੜਕਾ ਆਵਾਜ਼ ਆ ਰਹੀ ਹੈ। ਰਥ ਜਾਤ ਚਲੇ ਛਨ ਕੈ ਘੁੰਗਰੂ ਪੁਨ ਚੱਕਰਨ ਕੋ ਖੜਕਾ ਨਹਿ ਥੋਰਾ। ਰਥ ਤੁਰੇ ਜਾਂਦੇ ਨੇ ਅਤੇ ਘੁੰਗਰੂ ਖੜਕਦੇ ਨੇ। ਫਿਰ ਜਿਹੜੇ ਨੇ ਪਹੀਆਂ ਦਾ ਖੜਕਾ ਥੋੜਾ ਨਹੀਂ, ਕਿਉਂਕਿ ਪਹੀਆਂ ਦੀ ਆਵਾਜ਼ ਵੀ ਜਿਹੜੀ ਹੁੰਦੀ ਹੈ
ਪੁਰਾਣੇ ਸਮੇਂ ਦੇ ਵਿੱਚ ਚੂੰ ਚੂੰ ਦੀ ਆਵਾਜ਼, ਉਹਨਾਂ ਨਾਲ ਵੀ ਅੱਗੇ ਘੁੰਗਰੂ ਬੰਨੇ ਹੁੰਦੇ ਨੇ। ਇਸ ਤਰ੍ਹਾਂ ਦੀਆਂ ਆਵਾਜ਼ਾਂ ਬਹੁਤ ਸਾਰੀਆਂ ਆਉਂਦੀਆਂ ਹਨ। ਡਫ ਢੋਲ ਦਮਾਮਨ ਡੰਕ ਲੱਗੇ, ਪਰ ਆਪਨ ਕੋ ਨਾ ਸੁਣੈ ਬੜ ਸ਼ੋਰਾ। ਸ਼ੋਰ ਬਹੁਤ ਜ਼ਿਆਦੇ ਹੈ, ਆਪਣੀ ਪਰਾਈ ਕੋਈ ਗੱਲ ਨਹੀਂ ਸੁਣੀਦੀ। ਢੋਲ ਤੇ ਨਗਾਰੇ, ਉਹਨਾਂ ਤੇ ਚੋਟ ਲੱਗ ਰਹੀ ਬੜੀ। ਮੁਰਲੀ ਮਿਰਦੰਗ ਪੰਗ ਤੰਬੂਰਨ, ਝਾਂਜਰ ਟਾਲ ਵੱਜੈ ਕਟਨਾਈ। ਬਹੁਤ ਜ਼ਿਆਦੇ ਇਸ ਤਰੀਕੇ ਨਾਲ ਚੀਜ਼ਾਂ ਬਾਜ਼ੀਆਂ ਨੇ। ਬੰਸਰੀ ਹੈ ਕਿਸੇ ਕੋਲੇ, ਜਿਹੜੇ ਬੈਂਡ ਬਾਜੇ ਵਾਲੇ ਹੁੰਦੇ ਆਦਿਕ। ਇੱਕ ਪ੍ਰਕਾਰ ਦੀ ਢੋਲਕ ਜਿਵੇਂ ਮਰਦੰਗ ਹੁੰਦਾ, ਔਰ ਨਸਤਰੰਗ ਨਾਮੇ ਵਾਜਾ ਉਹ ਪੰਗ, ਤੰਬੂਰਨ ਢੋਲ ਤੰਬੂਰ ਆਦਿਕ। ਇਸੇ ਤਰ੍ਹਾਂ ਛੈਣੇ ਟੱਲੀਆਂ ਇਹ ਵੱਜਦੇ ਹਨ। ਬਾਰ ਬਾਰ ਬਧੂ ਸੁਠ ਗਾਇ ਕੈ ਰਾਗਨ, ਤਾਲ ਮਿਲਾਇ ਕੈ ਮੋਦ ਵਢਾਈ। ਸ੍ਰੇਸ਼ਟ ਜਿਹੜੀਆਂ ਹਨ ਬਾਰ ਬਧੂ ਗਾਉਣ ਵਾਲੀਆਂ, ਸੋਹਣਾ ਗਾ ਕੇ ਅੱਛੇ ਰਾਗ ਦੇ ਵਿੱਚ ਤਾਨ ਨੂੰ ਮਿਲਾ ਕਰਕੇ ਬਹੁਤ ਗਾ ਕੇ ਖੁਸ਼ ਹੁੰਦੀਆਂ ਹਨ। ਦੁਤ ਰੰਗ ਅਨੇਕ ਪਤਾਕ ਬਨੇ, ਫਹਰਾਏ ਘਨੋ ਸਭ ਆਗੈਨ ਸੋ ਜਾਈ। ਸੋਹਣੇ ਰੰਗ ਬਣਦੇ ਹਨ, ਪਤਾਕੇ ਹੁੰਦੇ ਨੇ, ਭਾਵ ਜਿਹੜਾ ਪਤਾਕ ਕਹਿੰਦੇ ਨੇ, ਜਿਵੇਂ ਰਾਜਾ ਸੀ ਉਹਦੀਆਂ ਝੰਡੀਆਂ, ਅਤੇ ਰਾਜੇ ਦੇ ਝੰਡੇ ਝੂਲਦੇ ਜਾਂਦੇ ਨੇ ਨਾਲ ਨਾਲ। ਕਿਸ ਇਲਾਕੇ ਦਾ ਰਾਜ ਹੈ ਪਛਾਣ ਹੁੰਦੀ ਸੀ ਰੰਗਾਂ ਦੀ। ਔਰ ਇਸੇ ਤਰ੍ਹਾਂ ਅੱਗੇ ਅੱਗੇ ਬੜੀ ਝੰਡੇ ਜਿਹੜੇ ਨੇ ਸਭ ਤੋਂ ਅੱਗੇ ਹਨ ਘੋੜਿਆਂ ਤੇ, ਉਹ ਬੜੇ ਸੋਭਨੀਕ ਹੋ ਰਹੇ ਹਨ। ਇਹ ਇੱਕ ਪੁਰਾਣੀ ਰੀਤੀ ਸੀ ਰਾਜੇ ਮਹਾਰਾਜਿਆਂ ਵੇਲੇ। ਹਰ ਬਿੰਦ ਬਿਲੋਚਨ ਬੀਚ ਵਿਰਾਜ ਹੈ, ਮੋਰ ਪੈ ਚੌਰ ਢੁਰੈ ਛਬਛਾਈ। ਬਹੁਤ ਜ਼ਿਆਦਾ ਸੁੰਦਰ ਜਿਹੜੇ ਨੇ ਇਸ ਤਰੀਕੇ ਨਾਲ ਅਰਬਿੰਦ ਜਿਵੇਂ ਕਮਲ ਦਾ ਫੁੱਲ ਹੁੰਦਾ ਹੈ, ਔਰ ਬਿਲੋਚਨ ਜੋ ਉਸ ਵਕਤ ਸਤਿਗੁਰੂ ਮਹਾਰਾਜ ਦੇ ਨੇਤਰ ਹਨ, ਵਿੱਚ ਬਿਰਾਜ ਰਹੇ ਨੇ ਮਹਾਰਾਜ। ਮੌਰ ਪੈ ਚੋਰ ਢੁਰੈ ਛਬ ਛਾਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਉੱਪਰ ਸੋਹਣਾ ਚੌਰ ਝੂਲ ਰਿਹਾ ਹੈ, ਬੜੀ ਸ਼ੋਭਾ ਹੋ ਰਹੀ ਹੈ। ਏਕ ਮਤੰਗ ਪੈ ਲਾਲੂ ਅਰੂਢ ਕਰੇ, ਬਰਖਾ ਧਨ ਕੀ ਮਨ ਭਾਈ। ਹੁਣ ਇੱਕ ਹਾਥੀ ਦੇ ਉੱਤੇ ਚਾਚਾ ਲਾਲ ਚੰਦ ਜੀ ਸਵਾਰ ਹੋ ਕੇ ਧਨ ਦੀ ਵਰਖਾ ਕਰ ਰਹੇ ਹਨ, ਬੜੇ ਖੁਸ਼ ਹੋ ਕੇ। ਦੂਸਰ ਪੈ ਚੜ ਤਾਤ ਜੈ ਰਾਮ ਕੋ, ਹੀਨ ਬਿਲੰਬ ਭਲੇ ਬਰਖਾਈ। ਦੂਸਰੇ ਹਾਥੀ ਉੱਤੇ ਜੈ ਰਾਮ ਦੇ ਪਿਤਾ ਜੀ ਪਰਮਾਨੰਦ ਜੀ ਬਿਨਾਂ ਕਿਸੇ ਦੇਰੀ ਤੋਂ ਜਿਹੜੀਆਂ ਥੈਲੀਆਂ ਲੈ ਕੇ ਰੱਖੀਆਂ ਸੀ ਪੈਸਿਆਂ ਦੀਆਂ, ਉਹਦੀ ਵਰਖਾ ਕਰਦੇ ਹੋਏ ਗਰੀਬਾਂ ਨੂੰ ਧਨ ਵੰਡ ਰਹੇ ਨੇ। ਮੇਘ ਕੀ ਰੀਤ ਸੁਹਾਏ ਦੋ ਤਬ, ਨੀਚ ਔ ਊਚ ਵਿਚਾਰ ਨ ਕਾਈ। ਨੀਚ ਤੇ ਊਚ ਦੀ ਵਿਚਾਰ ਨਾ ਕਰਦੇ ਹੋਏ ਜਿਵੇਂ ਬੱਦਲ ਬਰਸਦਾ ਹੈ, ਇਸੇ ਤਰ੍ਹਾਂ ਹੀ ਦੋਨੋਂ ਜਾਣੇ ਮਾਇਆ ਦੀ ਖੁੱਲੀ ਬਰਸਾਤ ਕਰ ਰਹੇ ਹਨ। ਕੀਰਤ ਜਾਓ ਵਿਸ ਤੀਰਣ ਹੈ ਜਨ, ਪੂਰਨ ਚੰਦ ਨ ਜੌਨ ਸੀਸ਼ਾਈ। ਇਉਂ ਕੀਰਤੀ ਫੈਲ ਰਹੀ ਹੈ ਸਾਰੇ ਪਾਸੇ, ਜਿਵੇਂ ਪੁੰਨਿਆਂ ਦੇ ਚੰਦ ਦੀ ਚਾਂਦਨੀ ਫੈਲਦੀ ਹੈ। ਸਾਰੇ ਪਾਸੇ ਹੀ ਮਹਾਰਾਜ ਦੀ ਜਸ ਰੂਪ ਚਾਂਦਨੀ ਫੈਲ ਰਹੀ ਹੈ। ਸੁਨਨ ਮੈਂ ਸੁਨ ਵਾਜਿਆਨ ਕੀ ਧਨ, ਬੇਭ੍ਰਮ ਹੋਤ ਭਇਓ ਮਨ ਨਾਰੀ। ਹੁਣ ਇਹ ਕੰਨਾਂ ਦੇ ਵਿੱਚ ਜਦੋਂ ਬਾਜਿਆਂ ਦੀ ਆਵਾਜ਼ ਸੁਣੀ, ਬਾਜਿਆਂ ਦੀ ਨਾਲ ਬੇਭਰਮ ਹੋ ਕੇ, ਬਹੁਤ ਜ਼ਿਆਦਾ ਬੇਭਰਮ ਹੁੰਦਾ ਹੈ ਕਿ ਕਾਹਲੀ ਵਿੱਚ, ਜਿਵੇਂ ਇੱਕਦਮ ਕਾਹਲੀ ਵਿੱਚ ਵਾਜੇ ਗਾਜੇ ਨੇੜੇ ਆ ਗਏ, ਬੇਭਰਮ ਹੁੰਦਾ ਕਾਹਲੀ ਵਿੱਚ ਗਲਤੀ ਨਾਲ ਉਲਟ ਪੁਲਟ ਚੀਜ਼ਾਂ ਪਾ ਲੈਣੀਆਂ ਸਰੀਰ ਤੇ, ਕਾਹਲ ਹੋ ਜਾਂਦੀ ਇੱਕਦਮ, ਸਮਝ ਨਾ ਲੱਗਣੀ ਕਿ ਚਲੋ ਚਲੋ ਬਰਾਤ ਦੇਖਣੀ ਚੱਲ ਕੇ। ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹੀ ਇੱਕ ਮਨੋਰੰਜਨ ਸੀ, ਵਿਆਹ ਹੋਣਾ ਕਿਸੇ ਦੇ ਘਰ। ਇਸ ਤਰ੍ਹਾਂ ਉਲਟ ਪੁਲਟ ਛੇਤੀ ਨਾਲ ਗਹਿਣੇ ਆਦਿਕ ਪਾ ਕੇ ਇਸਤਰੀਆਂ ਬੰਦੇ ਬਾਹਰ ਨੂੰ ਦੌੜ ਰਹੇ ਨੇ, ਬੱਚੇ ਦੌੜ ਰਹੇ ਨੇ। ਹਾਰ ਲਪੇਟ ਲਿਓ ਕੱਟ ਕੇ ਤਟ, ਕਿੰਕਨ ਲੈ ਗਰ ਬੀਚ ਸੁਧਾਰੀ। ਇਹ ਸਾਰਾ ਕੁਝ ਉਲਟ ਪੁਲਟ ਜਿਹਾ ਜਿਸ ਪ੍ਰਕਾਰ ਗਹਿਣੇ ਆਦਿਕ ਪਾ ਲੈਂਦੇ ਹਨ, ਇਹਨੂੰ ਭ੍ਰਮ ਕਹਿੰਦੇ ਨੇ। ਇਹ ਇੱਕ ਕਵਿਤਾ ਦਾ ਸ਼ਿੰਗਾਰ ਹੁੰਦਾ ਹੈ ਕਿ ਜਿਸ ਦੇ ਵਿੱਚ ਕਵੀ ਜੀ ਨੇ ਆਪਣੀ ਉਹ ਕਾਵ ਰਚਨਾ ਨੂੰ ਦਿਖਾਉਣਾ ਹੁੰਦਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਬਹੁਤ ਕਾਹਲੀ ਦੇ ਨਾਲ
ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਕਿ ਚਲੋ ਆਪਾਂ ਚੱਲ ਕਰਕੇ ਛੇਤੀ ਦੇ ਨਾਲ ਦੂਲੋ ਸਮੇਤ ਸਾਰਿਆਂ ਨੂੰ ਦੇਖਦੇ ਹਾਂ। ਦੁੱਲੋ ਸਮੇਤ ਬਰਾਤ ਬਹੋਰ ਕੀਓ ਸਭ ਥਾਨ ਮਯਾਨ ਕਾ ਡੇਰਾ ਕੀਤਾ ਹੈ ਦੂਲੇ ਦੇ ਸਮੇਤ ਆ ਕੇ, ਜਿੱਥੇ ਜੰਝ ਘਰ ਹੁੰਦਾ, ਧਰਮਸ਼ਾਲਾ ਹੁੰਦੀ, ਮੰਜੇ ਬਿਸਤਰੇ ਲੱਗੇ ਹੁੰਦੇ, ਉੱਥੇ ਸਾਰੇ ਪਹੁੰਚ ਗਏ। ਰਾਜਹਿ ਧੂਰ ਪਰੀ ਮੁਖ ਮੈਂ ਸਿਵ ਸੰਗ ਪਿਰਾਗ ਕੁਸ਼ੇਸ਼ਿਆ ਹੇਰਾ। ਹੁਣ ਸਾਰਿਆਂ ਦੇ ਉੱਤੇ ਜਿਹੜੀ ਸੀ ਧੂੜੀ, ਕਿਉਂਕਿ ਕੱਚੇ ਹੀ ਥਾਂ ਹੁੰਦੇ ਸੀ ਸਾਰੇ, ਫੁੱਲ ਦੀ ਧੂੜੀ, ਜਿਵੇਂ ਕਮਲ ਫੁੱਲ ਦੇਖੀਦਾ ਨਾ, ਉਹਦੇ ਉੱਤੇ ਧੂੜੀ ਪੈਂਦੀ ਹੈ। ਇਹ ਪਿਰਾਗ ਕਹਿੰਦੇ ਨੇ ਉਹਨੂੰ, ਜਿਹੜਾ ਧੂੜਾ ਜਿਹਾ ਹੁੰਦਾ। ਇਸ ਤਰ੍ਹਾਂ ਕਹਿੰਦੇ ਨੇ ਕੁਸ਼ੇਸ਼ਾ ਹੇਰਾ, ਉਹਦੇ ਉੱਤੇ ਜਾ ਕਰਕੇ ਕਮਲ ਫੁੱਲ ਦੇ ਉੱਤੇ ਜਿਵੇਂ ਧੂੜੀ ਪੈਂਦੀ ਆ, ਸਾਰਿਆਂ ਦੇ ਉੱਤੇ ਘੱਟਾ ਇਸ ਤਰ੍ਹਾਂ ਪੈ ਗਿਆ। ਤੰਬੂ ਕਨਾਤਨ ਤਾਨੇ ਬਿਤਾਨਨ ਲਾਗੇ ਸਮਿਆਨਨ ਸੋਹੈ ਕਨੇਰਾ। ਤੰਬੂ ਕਨਾਤਾਂ ਆਦਿਕ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ, ਉਹ ਸੋਹਣੇ ਢੰਗ ਨਾਲ ਬੇਤਾਨਨ ਤਾਣਨਾ ਕੀਤੀਆਂ ਨੇ, ਖਿੱਚ ਖਿੱਚ ਕੇ ਰੱਸੇ ਜਿਹੜੇ ਨੇ ਸ਼ਮਿਆਨੇ ਲੱਗੇ ਹੋਏ ਹਨ, ਜੋ ਬੜੇ ਸੋਹਣੇ ਲੱਗ ਰਹੇ ਨੇ। ਜੋ ਜਿਹ ਚਾਹੇ ਦਈ ਸੋ ਤਾਹੇ ਹਤਿਓ ਸ਼ਰਮ ਦੂਰ ਲੱਗੀ ਨਹਿ ਦੇਰਾ। ਜੋ ਜੀ ਨੇ ਮੰਗਿਆ ਕਿ ਅਸੀਂ ਤਾਂ ਇੱਥੇ ਪੈਣਾ, ਇੱਥੇ ਆਰਾਮ ਕਰਨਾ, ਆਹ ਸਾਨੂੰ ਠੀਕ ਰਹੇਗਾ, ਉਹਨੂੰ ਉੱਥੇ ਹੀ ਰਹਿائش ਵਾਸਤੇ ਉਹਨਾਂ ਦੇ ਰਹਿائش ਦਾ ਇੰਤਜ਼ਾਮ ਕੀਤਾ। ਛੇਤੀ ਨਾਲ ਹੀ ਸਾਰਿਆਂ ਦੀ ਸੈਟਿੰਗ ਕਰ ਦਿੱਤੀ, ਲੰਮੇ ਪੈ ਗਏ। ਬਹੁਤ ਸਾਰੇ ਜੋ ਥੱਕੇ ਆਏ ਸਨ, ਉਹਨਾਂ ਦੀ ਥਕਾਵਟ ਦੂਰ ਹੋ ਰਹੀ ਹੈ। ਤੈਨ ਕੋ ਧੂਲ ਕੋ ਬੇਲਾ ਭਇਓ ਤਬ ਛੂਟਣ ਲਾਗੀ ਹੈ ਜੋਰ ਹਵਾਈ। ਇਹ ਇੱਕ ਪੁਰਾਣੀ ਟਾਈਮ ਦੀ ਢੰਗ ਤਰੀਕਾ ਸੀਗਾ। ਗਊਆਂ ਸਵੇਰੇ ਲੈ ਕੇ ਜਾਂਦੇ ਸੀ ਪਾਲੀ, 8-9 ਵਜੇ ਇੱਕ ਘਰ ਚੋਂ 2 ਗਊਆਂ, ਫਿਰ 4 ਗਊਆਂ, ਇਕੱਠੀਆਂ ਕਰਦੇ ਕਰਦੇ 5-7 ਜਾਣੇ ਪਿੰਡ ਦੀ 100-200 ਗਊ ਸਵੇਰੇ ਲੈ ਜਾਣੀ, ਮੱਝਾਂ ਲੈ ਜਾਣੀਆਂ ਚਰਾ ਕੇ, ਘਾਹ ਆਦਿਕ, ਫਿਰ ਵਾਪਸ ਲਿਆਉਂਦੇ ਸੀ ਸ਼ਾਮ ਨੂੰ 4 ਵਜੇ। ਉਹਨੂੰ ਕਹਿੰਦੇ ਨੇ ਬੱਗ ਵੇਲਾ ਹੋ ਗਿਆ, ਇਹ ਪਿੰਡਾਂ ਦੀ ਬੋਲੀ ਹੈ। ਧੇਨ ਕੇ ਧੂਲ ਕੋ ਵੇਲਾ ਪਇਓ, ਗਊਆਂ ਦੀ ਧੂੜ ਦਾ ਵੇਲਾ ਹੋ ਗਿਆ, ਭਾਵ ਬੱਗ ਜਿਹੜੇ ਨੇ ਉਹ ਵਾਪਸ ਮੁੜਨ ਲੱਗੇ ਨੇ। ਜਦੋਂ ਹੁਣ ਥੋੜਾ ਉਸ ਵਕਤ ਸ਼ਾਮ ਦਾ ਵਕਤ ਹੋਇਆ, ਤਾਂ ਜਿਹੜੀਆਂ ਹਵਾਈ ਸੀ ਆਤਿਸ਼ਬਾਜ਼ੀਆਂ ਵਿਆਹ ਦੀ ਖੁਸ਼ੀ ਵਿੱਚ ਚੱਲਣ ਲੱਗੀਆਂ। ਮੰਗਲ ਕੀ ਸੁਧ ਦੇਨੇ ਕਹੇ ਤਮਨੋ ਪਤੀਆ ਸੁਰ ਲੋਕ ਪਠਾਈ। ਖੁਸ਼ੀ ਦੀ ਖਬਰ ਦੇਣ ਲਈ ਮਾਨੋ ਇਹ ਆਤਿਸ਼ਬਾਜ਼ੀਆਂ ਇੰਨੀਆਂ ਉੱਚੀਆਂ ਆਕਾਸ਼ ਵਿੱਚ ਗਈਆਂ ਕਿ ਦੇਵ ਲੋਕ ਵਿੱਚ ਚਿੱਠੀਆਂ ਭੇਜ ਦਿੱਤੀਆਂ, ਮਾਨੋ ਕਿ ਗੁਰੂ ਨਾਨਕ ਦੇਵ ਜੀ ਦਾ ਸ਼ੁਭ ਆਨੰਦ ਕਾਰਜ ਹੈ। ਬਾਜ ਤੰਗ ਬਰੂਦ ਕੇ ਝਾਰ ਮਤਾਬੀ ਛੁਟੈ ਫਲਵਾਈ। ਇਸ ਤਰ੍ਹਾਂ ਘੋੜੇ, ਹਾਥੀ ਉੱਚੇ ਔਰ ਇੱਕ ਆਤਿਸ਼ਬਾਜ਼ੀ ਤੇ ਬਰੂਦ ਦੇ ਬਣੇ ਹੋਏ ਭਿਆਨਕ ਦੈਂਤਣੀਆਂ ਚੱਲ ਰਹੇ ਨੇ, ਮਾਨੋ ਇਹ ਬਣੀਆਂ ਹੋਈਆਂ ਜਿਵੇਂ ਖੇਡ ਖਿਡੌਣੇ ਜੇ, ਉਹਨਾਂ ਨੂੰ ਬੱਤੀਆਂ ਨੂੰ ਅੱਗ ਲਾ ਕੇ ਚਲਾਉਂਦੇ ਹਨ। ਦੈਤਨ ਦੈਤ ਭਿਆਨਕ ਵੇਖ ਸੋ ਕੌਤਕ ਦੇਖ ਰਹੇ ਹਰਖਾਈ। ਮਾਨੋ ਕਹਿੰਦੇ ਸਾਰਾ ਬ੍ਰਹਿਮੰਡ ਹੀ ਅੱਜ ਆ ਗਿਆ। ਕਵੀ ਜੀ ਆਪਣੀ ਮਨੋਕਲਪਿਤ ਗੱਲ ਨਾਲ ਉਸ ਦ੍ਰਿਸ਼ ਨੂੰ ਹੋਰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ। ਮਾਨੋ ਕਹਿੰਦੇ ਮੈਨੂੰ ਲੱਗਦਾ ਆਕਾਸ਼ ਵੀ ਭਰਿਆ ਪਿਆ ਹੋਣਾ, ਦੇਵੀ ਦੇਵਤਾ ਦੈਂਤ ਵੀ ਸਾਰੇ ਆ ਕਰਕੇ ਗੁਰੂ ਨਾਨਕ ਦੇਵ ਨਿਰੰਕਾਰ ਜੀ ਜੋ ਆਕਾਰ ਦੇ ਵਿੱਚ ਆਏ ਨੇ ਸੰਸਾਰ ਤੇ, ਨਾਮ ਨਿਰੰਕਾਰ ਹੈ, ਇੱਛਾ ਮੁਤਾਬਕ ਸੰਸਾਰ ਤੇ ਆ ਸਕਦੇ, ਰੋਕ ਨਹੀਂ ਸਕਦਾ ਕੋਈ। ਆਉਣ ਦਾ ਤਰੀਕਾ ਵੱਖਰਾ ਹੈ ਸੰਸਾਰ ਨਾਲੋਂ, ਜਾਣ ਦਾ ਤਰੀਕਾ ਵੀ ਸੀ ਵੱਖਰਾ ਦੁਨੀਆ ਵਿੱਚ। ਇਸ ਤਰ੍ਹਾਂ ਅਕਾਲ ਪੁਰਖ ਜੀ ਨੇ ਆਪਣਾ ਸਰਗੁਣ ਰੂਪ ਧਾਰ ਕੇ ਸ੍ਰਿਸ਼ਟੀ ਤੇ ਕੌਤਕ ਵਰਤਾਏ ਨੇ। ਮਾਨਵ ਮੂਲੇ ਨੇ ਏਕ ਪਠਾਹਿਤ ਹੂਤਨ ਕੇਤਨ ਜਾਏ ਸੁਨਾਵਾ। ਬੁਲਾਉਣ ਵਾਸਤੇ ਇੱਕ ਉਸ ਵਕਤ ਮੂਲ ਚੰਦ ਜੀ ਨੇ ਬੰਦਾ ਭੇਜਿਆ, ਉਹਨੇ ਜਾ ਕੇ ਦੱਸਿਆ। ਤਾਰਹੁ ਆਪ ਚਲ ਪਦ ਕੋ ਅਬ ਕਾਲ ਭਇਓ ਹਿਤ ਲੇਵਨ ਲਾਵਾ। ਇੱਕ ਬੰਦਾ ਭੇਜਿਆ ਮੂਲ ਚੰਦ ਜੀ ਨੇ, ਹੁਣ ਬਈ ਤੁਸੀਂ ਇਸ ਤਰੀਕੇ ਨਾਲ ਆਪਣੇ ਕੱਪੜੇ ਆਦਿਕ ਪਾ ਲਓ, ਕਿਉਂਕਿ ਹੁਣ ਜਿਹੜਾ ਵੇਲਾ ਹੈ ਉਹ ਹੋ ਗਿਆ ਹੈ ਲਾਵਾਂ ਲੈਣ ਦਾ। ਜੋ ਸੁਨ ਡੰਕ ਨਿਸ਼ਾਨ ਲੱਗੇ ਤਨ ਘੋਰ ਉਠੀ ਘਨ ਜਿਉ ਕਹਿਰਾਵਾ। ਇਸ ਤਰ੍ਹਾਂ ਸੋ ਸੁਣ ਕਰਕੇ ਜਿਹੜੀ ਸੀ ਨਾ ਚੋਬ ਵੱਜੀ ਨਗਾਰੇ ਦੇ ਉੱਤੇ, ਸਾਰਿਆਂ ਨੂੰ ਪਤਾ ਲੱਗ ਗਿਆ, ਬਹੁਤ ਜ਼ਿਆਦਾ ਘੋਰ ਆਵਾਜ਼ ਹੋਈ
ਜਿਵੇਂ ਬੱਦਲ ਗਰਜਦਾ ਹੈ, ਇਸ ਤਰ੍ਹਾਂ ਗੱਜਿਆਂ ਸਭ ਨੂੰ ਪਤਾ ਲੱਗ ਗਿਆ। ਨਗਾਰਾ ਵੱਜਣ ਦਾ ਮਤਲਬ ਹੁੰਦਾ ਸੀ ਤਿਆਰੀ ਕਰ ਲਓ ਹੁਣ। ਆਨੰਦ ਕੌਰ ਧਾਰ ਤਵੈ ਗਮਨੇ ਮਿਲ ਸਾਜ ਸਮਾਜ ਸੁਹਾਵਾ। ਆਨੰਦ ਨੂੰ ਮਨ ਦੇ ਅੰਦਰ ਧਾਰ ਕੇ ਉਸ ਵਕਤ ਚੱਲੇ ਨੇ, ਬਹੁਤ ਸੁੰਦਰ ਸਾਜੋ ਸਮਾਨ ਦੇ ਸਮੇਤ ਸਾਜ ਧਜ ਕੇ। ਬੇਦੀ ਜੈ ਬਰਿੰਦ ਆਓ ਬੇਦੀ ਸਰੋਮਣ ਬੇਦੀ ਰਚੀ ਜਹ ਗੇ ਤਿਹ ਥਾਈ। ਹੁਣ ਸਾਰੇ ਬੇਦੀ ਜਿਹੜੇ ਸੀ ਉਹ ਇਕੱਠੇ ਹੋ ਕਰਕੇ ਔਰ ਸ਼੍ਰੋਮਣੀ ਬੇਦੀਆਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਚਲੇ ਗਏ ਜਿੱਥੇ ਵਿਆਹ ਦੀ ਬੇਦੀ ਹੁੰਦੀ ਆ। ਅੱਗ ਬਾਲ ਕੇ ਉਹਦੇ ਦੁਆਲੇ ਜਿਵੇਂ ਬੇਦੀਆਂ ਦੀ ਸੀ ਰੀਤੀ ਚੱਲ ਰਹੀ, ਉੱਥੇ ਚਲੇ ਗਏ। ਪੁੰਜ ਜਹਾਂ ਤਿਜ ਰਾਜ ਵਿਰਾਜਤਾ ਹੇਰ ਸਮਾਜ ਉਠੇ ਹਰਖਾਈ। ਜਿੱਥੇ ਬਹੁਤ ਸਾਰੇ ਬ੍ਰਾਹਮਣ ਆਦਿਕ ਬੈਠੇ ਸਨ ਤਿਆਰੀ ਕਰਕੇ, ਉਹ ਸਾਰੇ ਦੇਖ ਕੇ ਖੁਸ਼ ਹੋ ਕੇ ਉੱਠ ਕੇ ਖੜੇ ਹੋ ਗਏ ਆਦਰ ਸਤਿਕਾਰ ਲਈ। ਦੇ ਮੁਖ ਆਸਿਖ ਕੋ ਸੁਖ ਪਾਏ ਗਏ ਜਬ ਸਭ ਬੈਸ ਤਹਾਂ ਚੌਂਕਾਈ। ਚਾਰੋਂ ਪਾਸੇ ਦੇ ਕਰਕੇ ਸੀਸ, ਕਿਉਂਕਿ ਹਲੇ ਮਹਾਰਾਜ ਪ੍ਰਗਟ ਨਹੀਂ ਹੋਏ, ਹਲੇ ਤਾਂ ਪੁਰਾਣੀਆਂ ਹੀ ਰੀਤੀਆਂ ਚੱਲ ਰਹੀਆਂ, ਕੁਛ ਚੀਜ਼ਾਂ ਪ੍ਰਗਟ ਕੀਤੀਆਂ ਨੇ। ਹੁਣ ਇੱਥੇ ਨਵਾਂ ਕੌਤਕ ਆਪ ਹੀ ਸਤਿਗੁਰੂ ਵਰਤਾਉਣਗੇ, ਜਿੱਥੋਂ ਇੱਕ ਨਵੀਂ ਹੋਰ ਮਰਿਆਦਾ ਚੱਲੇਗੀ। ਵੇਦ ਕੇ ਮੰਤਰ ਉਚਾਰ ਤਬੈ ਸੁਭ ਰੀਤ ਕਰੀ ਜਿਵ ਵੇਦ ਨ ਗਾਈ। ਉਹ ਆਪਣੇ ਉਸ ਵਕਤ ਵੇਦਾਂ ਦੀਆਂ ਰੀਤੀਆਂ ਆਦਿਕ ਜਿਹੀਆਂ ਕਰਨ ਲੱਗੇ, ਮੰਤਰ ਆਦਿਕ ਪੜ੍ਹਨ ਲੱਗੇ, ਕਿਉਂਕਿ ਵਿਆਹ ਦਾ ਪ੍ਰਸੰਗ ਜੋ ਹੈ ਇਹ ਸੁਲਤਾਨਪੁਰੇ ਆਉਣ ਤੋਂ ਮਗਰੋਂ ਦਾ ਹੈ। ਜੋ ਜਨਮ ਸਾਖੀ ਸਭ ਤੋਂ ਪੁਰਾਤਨ ਹੈ ਤੇ ਭਾਈ ਮਨੀ ਸਿੰਘ ਦੀ ਸਾਖੀ, ਇਹ ਦੋਹਾਂ ਵਿੱਚ ਵਿਆਹ ਸਤਿਗੁਰੂ ਦੇ ਬਾਲਪਣੇ ਵਿੱਚ ਲਿਖਿਆ ਸੀ। ਜਿਸ ਰੀਤੀ ਨਾਲ ਵਿਆਹ ਲਿਖ ਰਹੇ ਨੇ ਉਹ ਰੀਤੀ ਉਸ ਵੇਲੇ ਦੀਆਂ ਖੱਤਰੀਆਂ ਵਿੱਚ ਪ੍ਰਚਲਿਤ ਸੀ। ਸੋ ਸਤਿਗੁਰੂ ਮਹਾਰਾਜ ਨੇ ਅਜੇ ਘਰ-ਬਾਰ ਛੱਡ ਤਿਆਗ ਕਰ ਜਗਤ ਵਿੱਚ ਫਿਰ ਕੇ ਲੋਕਾਂ ਨੂੰ ਤਾਰਨ ਦਾ, ਫਿਰ ਕਰਤਾਰਪੁਰੇ ਬੈਠ ਕੇ ਉਪਦੇਸ਼ ਤੇ ਆਪਣੇ ਆਸ਼ੇ ਤੇ ਮਤ ਦਾ ਚਲਾਉਣਾ ਨਹੀਂ ਕੀਤਾ। ਇੱਕ ਰਵਾਇਤ ਚਲੀ ਆਉਂਦੀ ਹੈ ਕਿ ਗੁਰੂ ਜੀ ਨੇ ਵਿਆਹ ਦੀ ਰੀਤੀ ਆਪਣੀ ਦੱਸੀ। ਇਸ ਪਰ ਗੋਸ਼ਟ ਹੋਈ, ਜਿਸ ਦੀਵਾਰ ਹੇਠ ਇਹ ਗੋਸ਼ਟ ਹੋਈ ਉਹ ਦੀਵਾਰ ਕੱਚੀ ਅਜੇ ਤੱਕ ਖੜੀ ਤੇ ਵਿੰਗੀ ਹੈ। ਚੋਣਿਆਂ ਨੇ ਨਾ ਕੀਤੀ ਤਾਂ ਭੰਡਾਰੀ ਕਹਿਣ ਲੱਗੇ ਕਿ ਅਸੀਂ ਨਾਤਾ ਦਿੰਦੇ ਹਾਂ। ਇਸ ਪਰ ਗੁਰੂ ਜੀ ਨੇ ਵਰ ਦਿੱਤਾ, ਭੰਡਾਰੀ ਭਰੇ ਰਹਿਣਗੇ ਤੇ ਚੋਣੇ ਚੁਣੇ ਜਾਣਗੇ। ਇਹ ਸੁਣ ਕੇ ਚੋਣੇ ਵੀ ਝੁਕ ਗਏ ਤੇ ਆਪ ਦੀ ਆਗਿਆ ਮੰਨ ਲਈ। ਗੁਰੂ ਮਰਿਆਦਾ ਸਮੇਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਨੇ। ਸੋ ਅਗਨੀ ਦੀ ਗੁਰਸਿੱਖਾਂ ਨੂੰ ਲੋੜ ਨਹੀਂ ਹੁੰਦੀ। ਸਰਬੱਤ ਸਿੱਖ ਸੰਗਤਾਂ ਪ੍ਰਤੀ ਸਤਿਗੁਰੂ ਦਾ ਹੁਕਮ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਦ ਲੈ ਕੇ ਗਏ, ਸਤਿਗੁਰੂ ਕਹਿਣ ਲੱਗੇ ਅਸੀਂ ਇਹ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਨੀਆਂ। ਉਸ ਵਕਤ ਕਹਿਣ ਲੱਗੇ ਤੁਸੀਂ ਨਵੀਂ ਰੀਤੀ ਚਲਾ ਦਿੰਦੇ ਜਿੱਥੇ ਕਿੱਥੇ। ਮਹਾਰਾਜ ਨੇ ਬਚਨ ਕੀਤਾ ਅਸੀਂ ਪਰਿਕਰਮਾ ਨਹੀਂ ਕਰਨੀਆਂ। ਕਹਿਣ ਲੱਗੇ ਫਿਰ ਕੀ ਕਰਨਾ? ਕਹਿੰਦੇ ਜਿਨ੍ਹਾਂ ਨੇ ਅੱਗ ਬਣਾਈ ਹੈ, ਜਿਸ ਕਰਤਾਰ ਨੇ, ਮੈਂ ਤਾਂ ਉਹਨੂੰ ਮੰਨਦਾ, ਸ਼ਬਦ ਗੁਰੂ ਨੂੰ ਮੰਨਦਾ, ਮੈਂ ਤਾਂ ਉਹਦੀ ਪਰਿਕਰਮਾ ਕਰਨੀ ਹੈ। ਬੜਾ ਸਮਝਾਇਆ, ਬਹੁਤਿਆਂ ਨੇ ਜ਼ੋਰ ਲਾਇਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਂਕੀ ਦੇ ਉੱਤਰ ਸ਼ਬਦ ਸੁਸ਼ੋਭਿਤ ਕਰਕੇ ਕਹਿੰਦੇ ਫੇਰ ਹੀ ਉਸ ਵਕਤ ਪਰਿਕਰਮਾ ਕਰਕੇ ਇੱਕ ਨਵੀਂ ਰੀਤੀ ਚਲਾਈ ਸੀ। ਦੋਹਰਾਏ ਅੰਦਰ ਸੁੰਦਰ ਸਦਨ ਤੇ ਲਿਆਏ ਮੋਦ ਬਿਲੰਦ। ਅੰਦਰੋਂ ਲੈ ਕਰਕੇ ਆਏ ਸਨ ਉਸ ਵਕਤ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ। ਕਿਸ ਨੂੰ? ਲਖਮੀ ਰੂਪ ਸੁਲੱਖਣੀ ਢਗ ਸ੍ਰੀ ਨਾਨਕ ਚੰਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਮਾਤਾ ਸੁਲੱਖਣੀ ਜੀ, ਕਿਉਂਕਿ ਸੁੰਦਰ ਸਰੂਪ ਮਾਇਆ ਸ੍ਰਿਸ਼ਟੀ ਦੀ ਮਾਲਕ, ਉਸ ਨੂੰ ਲੈ ਕਰਕੇ ਆਏ ਹਨ। ਚਿਤਰਪਤਾ ਛੰਦ ਪੰਕਜ ਨੈਣ ਬਨੇ ਦਿਸਦਾਹਨ ਸ੍ਰੀ ਮਹਿਲਾ ਕੀਏ ਬਾਮ ਜੇ ਅੰਗਾ। ਇਸ ਤਰ੍ਹਾਂ ਕੁਛ ਉਪਮਾ ਕਵੀ ਜੀ ਨੇ ਕਹੀ ਹੈ ਕਿ ਪੰਕਜ ਨੈਣ ਬਨੇ ਦਿਸਦਾਹਨ, ਸੱਜੇ ਪਾਸੇ ਸਤਿਗੁਰੂ ਮਹਾਰਾਜ ਸਜੇ ਨੇ, ਸ੍ਰੀ ਮਹਿਲਾ ਕੀਏ ਬਾਮ ਜੇ ਅੰਗਾ, ਔਰ ਮਾਤਾ ਜੀ ਨੇ ਖੱਬੇ ਪਾਸੇ ਆਪਣੇ ਤਾਂ ਮਾਤਾ ਜੀ ਨੇ, ਮਾਤਾ ਸੁਲੱਖਣੀ ਜੀ ਨੇ ਬੈਠਣਾ ਕੀਤਾ। ਜੀ ਪਦ ਕੀਨ ਹਤਾਸਨ ਕੋ ਦਿਜ ਪੂਜ ਬਿਨਾਜਗ ਚੰਦਨ ਸੰਗਾ। ਮਹਾਰਾਜ ਨੇ ਆਪਣੀ ਮਰਿਆਦਾ ਪੂਰੀ ਕਰ ਲਈ, ਉਹਨਾਂ ਨੇ ਆਪਣੀ ਕਰ ਲਈ। ਉਹ ਕਹਿੰਦੇ ਠੀਕ ਹੈ ਤੁਸੀਂ ਆਪਣੀ ਪੂਰੀ ਕਰੋ, ਅਸੀਂ ਆਪਣੀ
ਜੋ ਅੱਗ ਵਿੱਚ ਪਾਉਣਾ, ਜੋ ਆ ਕਰਨਾ, ਜੋ ਮੰਤਰ ਪੜ੍ਹਨੇ ਨੇ, ਕਿਉਂਕਿ ਹਲੇ ਮਰਿਆਦਾ ਹੀ ਨਹੀਂ ਆਰੰਭ ਹੋਈ ਕੋਈ। ਮਰਿਆਦਾ ਹੌਲੀ ਹੌਲੀ ਆਰੰਭ ਹੋਵੇਗੀ ਅੱਗੇ ਅੱਗੇ ਜਾ ਕੇ। ਧਾਰ ਸਰੋਆ ਬਿਖੈ ਸਰਪੀ ਮਦ ਪਾਵਕ ਪਾਵਤ ਜੋਤ ਅਭੰਗਾ। ਉਹ ਸਾਰੇ ਜਾਣੇ ਤਾਂ ਬਸ ਆਪਣਾ ਕਹਿੰਦੇ ਅਗਨੀ ਦੇ ਵਿੱਚ ਪੜ੍ਹ ਪੜ੍ਹ ਕੇ ਮੰਤਰ ਜੇ ਘਿਓ ਆਦਿਕ ਪਾਈ ਜਾਂਦੇ ਨੇ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਇਹ ਲੋਕਾਂ ਦੀਆਂ ਅਣਜਾਣ ਗੱਲਾਂ ਨੂੰ ਦੇਖ ਕੇ ਹੱਸ ਰਹੇ ਹਨ। ਇਹ ਲੋਕ ਹਲੇ ਤੱਕ ਅੱਗ ਦੇ ਵਿੱਚ ਹੀ ਫਸੇ ਹੋਏ ਹਨ। ਲੈ ਪਵਾਰ ਫਿਰੇ ਵਰ ਚਾਰ ਸੁਹਾਵਤ ਜਿਉ ਰਤ ਸੰਗ ਅਨੰਗਾ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਾਲ ਭਾਵ ਜਿਹੜੇ ਫੇਰੇ ਸਨ, ਚਾਰ ਗੇੜੇ ਜਿਹੜੇ ਸੀ, ਅੱਗ ਦੇ ਦਾਲੇ ਨਾ ਲੈਂਦੇ ਹੋਏ ਗੁਰਬਾਣੀ ਦੇ ਉਦਾਲੇ ਹੀ ਪਰਿਕਰਮਾ ਕੀਤੀਆਂ। ਛਪੈ ਇਤ ਪ੍ਰੋਧਾ ਹਰਦਿਆਲ ਬਹੁਰ ਮੂਲੇ ਕੇ ਪ੍ਰੋਧਾ। ਇਧਰ ਪ੍ਰੋਹਤ ਜਿਹੜੇ ਸੀ, ਇਧਰਲਾ ਹਰਦਿਆਲ ਪ੍ਰੋਹਤ ਉਧਰੋਂ ਆਇਆ, ਆ ਕਰਕੇ ਦੋਨਾਂ ਦੇ ਪ੍ਰੋਹਤ। ਪੜ ਹੈ ਸਾਖੋ ਚਾਰ ਗੋਤਰ ਐਦ੍ਰਿਕ ਕਰ ਸੋਧਾ। ਇਹ ਪੁਰਾਣੇ ਸਮੇਂ ਦੀ ਇੱਕ ਰਿਵਾਜ ਰੀਤੀ ਸੀ ਕਿ ਇੱਧਰ ਦੇ ਗੋਤ ਉਧਰਲੇ ਗੋਤ ਆਦਿਕ ਜੋ ਰੀਤੀਆਂ ਪਹਿਲਾਂ ਚੱਲੀਆਂ ਸਨ, ਉਹਨਾਂ ਸਾਰੀਆਂ ਰੀਤੀਆਂ ਨੂੰ ਉਸੇ ਤਰ੍ਹਾਂ ਹੀ ਚਲਾਇਆ। ਇੱਕ ਦੂਜੇ ਨੂੰ ਦੱਸਿਆ ਕਿ ਇੱਧਰ ਕਿਹੜਾ ਗੋਤ ਹੈ, ਉਧਰ ਕਿਹੜਾ ਗੋਤ ਹੈ। ਇਹ ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਮਨ੍ਹੇ ਕੀਤਾ। ਉਤ ਕਹਿ ਚੋਣਾ ਗਰੋਤ ਜੋ ਨੀਕ ਸੁਹਾਈ। ਉਧਰ ਕਹਿਣ ਲੱਗੇ ਚੋਣਾ ਗੋਤ ਹੈ ਜਿਨ੍ਹਾਂ ਦਾ ਸੋਹਣੀ ਨੀਤੀ ਚਲਾਈ, ਜਿਨ੍ਹਾਂ ਨੇ ਰੀਤ ਕੀਤੀ ਸਾਰੀ। ਸੁਨ ਕਰ ਨਰ ਤੇ ਕਾਲ ਰਹੇ ਹਿਰਦੈ ਹਰਖਾਈ। ਸੁਣ ਕੇ ਸਾਰੇ ਜਾਣੇ ਬੜੇ ਖੁਸ਼ ਹੁੰਦੇ ਨੇ। ਲੋਕ ਬੜਾ ਪੁਰਾਣਾ ਰਿਵਾਜ ਦੇਖਣ ਵਾਲਾ ਸੀ। ਲੋਕੀ ਬਹੁਤ ਇਹਨਾਂ ਚੀਜ਼ਾਂ ਵਿੱਚ ਬੜੇ ਪੱਕੇ ਨੇ। ਜਿੰਨਾ ਮਰਜ਼ੀ ਪ੍ਰਚਾਰ ਕਰੋ, ਕਥਾ ਕਰੋ, ਸੁਣਾਈ ਜਾਓ। ਇੱਕ ਤਾਂ ਇਹ ਜਿਹੜਾ ਵਿਵਾਹ ਕਾਰਜ ਹੈ, ਇੱਕ ਜਿਹੜਾ ਅੰਤਮ ਸੰਸਕਾਰ ਹੁੰਦਾ, ਇੱਕ ਬਾਲਕ ਆਦਿਕ ਨੇ ਜਨਮ ਲਿਆ ਹੋਵੇ, ਇਹ ਤਿੰਨ ਗੱਲਾਂ ਦੇ ਵਿੱਚ ਪੁਰਾਣੇ ਜਿਹੜੇ ਨੇ ਉਹ ਬਹੁਤ ਆਪਣੀਆਂ ਮਰਜ਼ੀਆਂ ਬੜੀਆਂ ਕਰਦੇ ਨੇ। ਉਦੋਂ ਕਹਿਣਗੇ ਤੁਸੀਂ ਨਿਆਣੇ ਹੋ, ਤੁਹਾਨੂੰ ਪਤਾ ਹੀ ਨਹੀਂ, ਆਹ ਗੱਲਾਂ ਹੁੰਦੀਆਂ, ਆਹ ਹੁੰਦੀਆਂ ਕਰਕੇ ਉਹਨਾਂ ਦੀਆਂ ਨਵੀਆਂ ਰੀਤੀਆਂ। ਇਹ ਤਾਂ ਚਲੋ ਹਲੇ ਸ਼ੁਰੂ ਹੀ ਨਹੀਂ ਹੋਇਆ ਕੁਛ, ਪਰ ਫੇਰ ਵੀ ਪੁਰਾਣੀਆਂ ਰੀਤੀਆਂ ਹਲੇ ਤੱਕ ਜਿਹੜਾ ਹੈ ਪਿੰਡਾਂ ਆਦਿਕ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹਨ। ਸਭ ਲੌਕਿਕ ਵੈਦਿਕ ਵਿਦ ਕਰੀ ਜਿਉ ਜਿਉ ਦੇ ਜਨ ਰਜਾਏ ਦੀਏ। ਲੌਕਿਕ ਵੈਦਿਕ ਰੀਤੀਆਂ ਕੀਤੀਆਂ ਜਿਵੇਂ ਜਿਵੇਂ ਬ੍ਰਾਹਮਣ ਆਦਿਕ ਨੇ ਦੱਸਿਆ, ਕਿਉਂਕਿ ਪਹਿਲਾਂ ਜਿਵੇਂ ਦੱਸਦੇ ਹੁੰਦੇ ਸੀ ਇਹਦੇ ਨਾਲ ਆ ਹੋਵੇਗਾ, ਇਹਦੇ ਨਾਲ ਇਸ ਤਰ੍ਹਾਂ ਹੋਵੇਗਾ, ਉਹ ਸਾਰੀਆਂ ਰੀਤੀਆਂ ਕੀਤੀਆਂ। ਵਿਪਾਨ ਗ੍ਰਹਿਣ ਕੀਏ ਦਾਨ ਦੀਏ ਸਵਸਤ ਬੋਲ ਵਾਰ ਵਿਪਰ ਲੀਏ। ਇਸ ਤਰ੍ਹਾਂ ਬਹੁਤ ਸਾਰਾ ਧਨ ਆਦਿਕ ਦਿੱਤਾ, ਧਨ ਵੰਡਿਆ ਔਰ ਵਿਪਰਾਂ ਨੂੰ ਬਹੁਤ ਸਾਰਾ ਦਿੱਤਾ ਧਨ। ਇੱਕ ਵਾਰੀ ਕੋਈ ਚੜ੍ਹਾਈ ਕਰ ਗਿਆ ਸੀ ਬੰਦਾ ਕਿਸੇ ਮੱਤ ਦਾ, ਤੋ ਕੁਦਰਤੀ ਘਰ ਦੇ ਸਾਹਮਣੇ ਸੀ। ਜਦੋਂ ਸਾਹਮਣੇ ਗਏ ਦੇਖਿਆ ਕਿ ਬਜ਼ੁਰਗ ਚੜ੍ਹਾਈ ਕਰ ਗਿਆ। ਉਹ ਇੱਕ ਬੰਦਾ ਜਿਹਾ ਲਿਆਇਆ, ਉਹ ਫੜ ਕੇ ਸਕੂਟਰ ਤੇ ਬਿਠਾ ਕੇ ਕਹਿੰਦੇ ਇਹ ਸਾਰੀ ਰੀਤੀ ਕਰੂਗਾ। ਉਹ ਪਾਨ ਜੀ ਖਾਈ ਜਾਵੇ ਤੇ ਆ ਕੇ ਲਾਲ ਜਿਹਾ ਪਰਨਾ ਜਾਂ ਗਲ 'ਚ ਪਾਇਆ ਹੋਇਆ। ਅਸੀਂ ਵੀ ਦੇਖੀਏ ਵੀ ਇਹ ਬੰਦਾ ਇਹਦਾ ਕੀ ਕਰੂਗਾ। ਉਹ ਪਤਾ ਨਹੀਂ ਕੀ ਆਟੇ ਦੇ ਪੇੜੇ ਜਿਹੇ ਬਣਾ ਬਣਾ ਕੇ, ਹਾਂਜੀ ਇਹ ਬੰਦੇ ਨੂੰ ਵਿਸ਼ਨ ਲੋਕ ਨੂੰ ਭੇਜਣਾ, ਕਿ ਸਵਰਗਾਂ ਨੂੰ ਭੇਜਣਾ, ਬ੍ਰਹਮਪੁਰੀ ਭੇਜਣਾ। ਮੈਂ ਕਿਹਾ ਵੀ ਪਤਾ ਨਹੀਂ ਇਹਦੇ ਕੋਲ ਟਿਕਟ ਹੈ ਸਾਰਿਆਂ ਦੀ। ਕਹਿੰਦੇ ਕਿੱਥੇ ਭੇਜਣਾ, ਫਿਰ ਉਹੋ ਜਿਹਾ ਮੰਤਰ ਪੜ੍ਹਾਂ ਮੈਂ। ਇਸ ਕਰਕੇ ਲੋਕ ਜਿਹੜੇ ਨੇ ਇਹ ਨਹੀਂ ਸੋਚਦੇ ਵੀ ਬੰਦੇ ਨੂੰ ਉਹਦੇ ਕਰਮ ਲੈ ਕੇ ਜਾਂਦੇ, ਕੀਤਾ ਹੋਇਆ ਕਰਮ ਹੀ ਜੀਵ ਨੂੰ ਥਾਂ ਦਿੰਦਾ। ਜੇ ਇਸ ਤਰ੍ਹਾਂ ਬੰਦਾ ਆ ਤੰਬਾਕੂ ਪਾਨ ਜੇ ਖਾਣ ਵਾਲਾ ਹੀ ਭੇਜਣ ਲੱਗ ਪਏ, ਫਿਰ ਤਾਂ ਸਾਰੇ ਬੰਦਿਆਂ ਲੋੜ ਭਗਤੀ ਦੀ ਹੈ ਹੀ ਨਹੀਂ। ਫਿਰ ਤਾਂ ਇੱਥੋਂ ਸਿੱਧੀਆਂ ਟਿਕਟਾਂ ਕਟਾ ਦਿਆ ਕਰਨ ਹਰੇਕ ਦੀਆਂ। ਇਸ ਕਰਕੇ ਜਿਹੜੇ ਲੋਕ ਨੇ ਉਹ ਵੀ ਵਿਚਾਰੇ ਕਹੇ ਚੱਲ ਖਹਿੜਾ ਛੁੱਟਦਾ ਛੁਡਾਓ ਪਰੇ, ਆਪਣੇ ਜਿਹੜੀ ਚੱਲ ਰਹੀ ਕਿਰਿਆ ਕਰੋ ਪਰੇ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਵਚਨ ਕੀਤਾ ਹੈ, ਲੋਕ ਅਤੇ ਪਰਲੋਕ ਦੀ ਸਹਾਇਕ ਹੈ ਗੁਰਬਾਣੀ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਆ ਹਰ ਪੁਰਖ ਨਿਰੰਜਨਾ। ਇਸ ਕਰਕੇ ਜਿਹੜੀ ਮਹਾਰਾਜ ਨੇ ਮੱਤ ਦਿੱਤੀ ਉਹ ਹੈ ਤਾਂ ਬਹੁਤ ਵੱਡੀ, ਪਰ ਜਿਹੜੀ ਹੁਣ ਚਲੀ ਆ ਰਹੀਆਂ ਪੁਰਾਣੀਆਂ ਰੀਤੀਆਂ ਵਾਲੇ ਨੇ
ਉਹ ਇਸ ਗੱਲ ਦੀ ਜਿੱਦ ਛੱਡਣ ਨੂੰ ਤਿਆਰ ਨਹੀਂ ਵੀ ਹਾਂ ਵੀ ਠੀਕ ਹੈ ਬਾਣੀ ਵੱਡੀ ਹੈ। ਹਰ ਕੋਈ ਕਹਿੰਦਾ ਨਹੀਂ ਬਾਣੀ ਨਹੀਂ ਵੱਡੀ, ਸਾਡਾ ਸਭ ਕੁਝ ਵੱਡਾ। ਇਸ ਕਰਕੇ ਇਹ ਇੱਕ ਦਿਨ ਫਿਰ ਮੰਨਣਾ ਪੈਣਾ ਕਿ ਧੁਰ ਕੀ ਬਾਣੀ ਹੀ ਵੱਡੀ ਹੈ। ਅੜੈਲਾ ਲੈ ਲਾਵਾਂ ਤੇ ਥਾਨ ਗਏ ਪੁਨ ਸਿਵਰ ਮੈਂ। ਹੁਣ ਲਾਵਾਂ ਲੈ ਕਰਕੇ ਉਹ ਜਿੱਥੇ ਟਿਕਾਣਾ ਕੀਤਾ ਸੀ ਧਰਮਸ਼ਾਲਾ ਦੇ ਵਿੱਚ, ਉਦੋਂ ਟਿਕਾਣਾ ਜੰਝ ਘਰ ਹੁੰਦੇ ਵੱਡੇ ਵੱਡੇ, ਉੱਥੇ ਗਏ। ਵਸੀ ਗੁਡਾਕਾ ਭਏ ਆਨ ਨਿਜ ਠਬਰ ਮੈਂ। ਗੁੜਾਕਾ ਹੁੰਦਾ ਨੀਂਦ ਰੋਗ ਦੇ ਵਸ। ਗੜਾਕਾ ਨਿਹੰਗ ਸਿੰਘਾਂ ਦੀ ਬੋਲੀ ਹੈ। ਕਹਿੰਦੇ ਗੜਾਕੇ ਦੇ ਵਸ ਹੋ ਕੇ ਸਾਰੇ ਜਾਣੇ ਸੌਂ ਗਏ। ਸਿਮਰਤ ਜਾਮਾ ਛਾਏ ਆਗਿਆ ਅਗਿਆਨ ਜਿਉ ਹੋ। ਕਹਿੰਦੇ ਉਸ ਵਕਤ ਚਾਰੇ ਪਾਸੇ ਹਨੇਰਾ ਛਾ ਗਿਆ, ਜਿਵੇਂ ਅਗਿਆਨ ਦਾ ਹਨੇਰਾ ਨਹੀਂ ਛਾ ਜਾਂਦਾ। ਕਹਿੰਦੇ ਇਸੇ ਤਰ੍ਹਾਂ ਹੀ ਚਾਰੇ ਪਾਸੇ ਹਨੇਰਾ ਛਾ ਗਿਆ। ਹੋ ਵਿਸੈ ਮਨੋਰਥ ਅਨਕ ਸੋ ਉਡਗਨ ਚਮਕ ਤਿਉ। ਇਸ ਕਰਕੇ ਕਹਿੰਦੇ ਜਿਹੜੇ ਵਿਸ਼ੇ ਆਦਿਕ ਮਨੋਰਥ ਨੇ ਉਹ ਤਾਰਿਆਂ ਦੀ ਤਰ੍ਹਾਂ ਚਮਕਣ ਲੱਗੇ ਹਨ। ਕਬਿਤ ਭਇਓ ਆਰਣ ਉਦਿਆ ਆਰਣ ਚੂੜ ਬੋਲੇ ਰਾਵ ਖੇਰੇ ਅਰਬਿੰਦ ਪਰ ਸਾਰੰਗ ਸੋ ਡੋਲਹੀ। ਅਰਣੋਦਿਆ ਜਿਹੜਾ ਪ੍ਰਾਤਾ ਕਾਲ ਹੋਇਆ, ਜਿਸ ਵਕਤ ਸੂਰਜ ਚੜ੍ਹਿਆ ਔਰ ਅਰਣ ਚੂੜ ਬੋਲੇ ਰਵ। ਫਿਰ ਇਹ ਜਿਹੜਾ ਸੀ ਕੁੱਕੜ ਆਦਿਕ ਬੋਲਣਾ, ਬਾਣੀ ਕੁੱਕੜ ਨੇ ਬਾਂਗ ਦਿੱਤੀ। ਉਸ ਵਕਤ ਲੋਕੀ ਜਿਹੜੇ ਨੇ, ਕਿਉਂਕਿ ਪੁਰਾਣੀਆਂ ਘੜੀਆਂ ਇਹੀ ਸੀ, ਕੁੱਕੜ ਨੇ ਬਾਂਗ ਦੇਣੀ, ਲੋਕਾਂ ਨੇ ਸਮਝ ਜਾਣਾ ਕਿ ਹੁਣ ਸਵੇਰ ਹੋ ਗਈ ਹੈ। ਔਰ ਕਮਲ ਫੁੱਲ ਖਿੜ ਗਏ ਸੂਰਜ ਦੇ ਚੜ੍ਹਨ ਨਾਲ, ਤੇ ਇਸੇ ਤਰ੍ਹਾਂ ਭੰਮਰੇ ਜਿਹੜੇ ਸੀ ਫੁੱਲਾਂ ਦੇ ਉੱਤੇ ਆ ਗਏ। ਕਾਚੀ ਪੀਐ ਰਾਨੀ ਚਾਰੂ ਚਟ ਕਾਚ ਚਾਨੀ ਵਾਨੀ ਚੱਕਰ ਵਾਕ ਮਿਲੇ ਬੋਲ ਬੋਲ ਕਹਿ ਕਕਲੋਲਹੀ। ਪੂਰਬ ਦਿਸ਼ਾ ਵੱਲ ਅਸਮਾਨ ਕੁਛ ਪੀਲੇ ਜੇ ਰੰਗ ਦਾ ਹੋਇਆ ਅਤੇ ਸੁੰਦਰ ਚਿੜੀਆਂ ਬੋਲਣ ਲੱਗੀਆਂ, ਚੌਕੀਆਂ ਚਕਵਾ ਚਕਵੀ ਬੋਲਣ ਲੱਗੇ ਹਨ। ਇਸ ਤਰ੍ਹਾਂ ਆਵਾਜ਼ਾਂ ਆ ਰਹੀਆਂ ਨੇ ਬਹੁਤ ਸਾਰੀਆਂ। ਭਾਜੇ ਦੂਤ ਚੋਰਪੁਰ ਗ੍ਰਾਮਨ ਕੋ ਸ਼ੋਰ ਸ਼ੋਰ ਭਾਨ ਕਰ ਦੌਰੀ ਗੈਨ ਸੰਖ ਮੁਖ ਬੋਲਹੀ। ਮਾਨੋ ਕਹਿੰਦੇ ਜਿਵੇਂ ਰਾਤ ਦੇ ਹਨੇਰੇ ਵਿੱਚ ਬਹੁਤ ਸਾਰੇ ਉੱਲੂ ਆਦਿਕ ਆ ਜਾਂਦੇ ਨੇ, ਚੋਰ ਆ ਜਾਂਦੇ ਨੇ, ਗਲਤ ਕਿਸਮ ਦੇ ਬੰਦੇ ਆ ਜਾਂਦੇ ਨੇ। ਸੂਰਜ ਦੇ ਚੜ੍ਹਦੇ ਹੀ ਚੋਰ ਆਦਿਕ ਛੁਪ ਜਾਂਦੇ ਨੇ, ਉੱਲੂ ਛੁਪ ਜਾਂਦੇ ਨੇ। ਇਸੇ ਤਰ੍ਹਾਂ ਸੂਰਜ ਜਦੋਂ ਚੜ੍ਹਿਆ ਸਾਰੇ ਜਾਣੇ ਛੁਪ ਗਏ ਅਤੇ ਬਹੁਤ ਅੱਛਾ ਆਕਾਸ਼ ਦੇ ਵਿੱਚ ਚਾਨਣ ਹੋ ਗਿਆ। ਚਾਰੇ ਪਾਸੇ ਜੋ ਧਾਰਮਿਕ ਆਵਾਜ਼ਾਂ ਆਉਣ ਲੱਗੀਆਂ। ਉੱਡ ਗਨ ਸੁਨ ਭਇਓ ਤਿਮਰ ਨਿਧਾਨ ਘਨ ਗਿਆਨ ਜੈਸੇ ਮੋਹ ਸੈਨ ਹਨ ਝਕ ਝੋਲਹੀ। ਉੱਡਣ ਸਨ ਤਾਰਿਆਂ ਦੇ ਸਮੇਤ, ਜਿਵੇਂ ਚਲਿਆ ਗਿਆ ਜਿਹੜਾ ਸੀ ਹਨੇਰਾ, ਔਰ ਜਿਹੜਾ ਇਹ ਸੀ ਡੂੰਘਾ ਹਨੇਰਾ ਸੀ, ਨਾਸ ਹੋ ਗਿਆ। ਕਿਸ ਤਰ੍ਹਾਂ? ਕਹਿੰਦੇ ਗਿਆਨ ਜੈਸੇ ਮੋਹ ਸੈਨ ਹਨ ਝੁਕ ਝੋਲਹੀ। ਜਿਵੇਂ ਗਿਆਨ ਮੋਹ ਦੀ ਸੈਨਾ ਨੂੰ ਪਛਾੜ ਕੇ ਨਾਸ ਕਰਦਾ ਹੈ, ਇਸ ਤਰ੍ਹਾਂ ਸਾਰੇ ਚਲੇ ਗਏ। ਸੋਰਠਾ ਨਿੰਦਰਾ ਤਜੀ ਦਿਆਰ ਜਿਉ ਗਿਆਨੀ ਹਿਤ ਅੰਗਨਾ। ਦਿਆਲੂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਨੀਂਦ ਦਾ ਤਿਆਗ ਕਰ ਦਿੱਤਾ। ਇੱਕ ਇਹ ਚੀਜ਼ ਦੱਸ ਕੇ ਨਾਲ ਕਵੀ ਜੀ ਇੱਕ ਅਗਿਆਨ ਦੀ ਗੱਲ ਵੀ ਕਰ ਜਾਂਦੇ ਨੇ। ਕਹਿੰਦੇ ਕਿਵੇਂ ਨੀਂਦ ਛੱਡਤੀ ਗੁਰਾਂ ਨੇ? ਜਿਵੇਂ ਗਿਆਨੀ ਹਿਤ ਅੰਗਨਾ, ਜਿਵੇਂ ਗਿਆਨਵਾਨ ਜਿਹੜਾ ਬੰਦਾ ਹੈ ਉਹ ਇਸਤਰੀ ਦਾ ਮੋਹ ਤਿਆਗ ਦਿੰਦਾ ਹੈ, ਗੁਰਾਂ ਨੇ ਨੀਂਦ ਦਾ ਤਿਆਗ ਕਰ ਦਿੱਤਾ। ਇੱਕ ਨਾਲ ਗਿਆਨ ਦੀ ਗੱਲ ਆਪਣੇ ਕੋਲੋਂ ਵੱਖਰੀ ਲਾਉਂਦੇ ਹਨ। ਜਾਗਰਤਤਾ ਧਨ ਧਾਰ ਜਿਉ ਆਨੰਦਤਾ ਭਗਤ ਮੈਂ। ਜਾਗ ਨੇ ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਗਰਤਤਾ ਆਈ ਜਿਹੜੀ, ਤਨ ਧਾਰ ਜਿਉ ਆਨੰਦਤਾ ਭਗਤ ਮੈਂ। ਜਿਵੇਂ ਭਗਤੀ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਹੈ, ਮਨ ਜਾਗਰਤ ਹੁੰਦਾ ਹੈ, ਇਸ ਤਰ੍ਹਾਂ ਪ੍ਰਤੱਖ ਸਤਿਗੁਰੂ ਮਹਾਰਾਜ ਸਾਵਧਾਨ ਹੋਏ। ਚਿਤਰਪਦਾ ਛੰਦ ਕੀਨ ਸਨਾਨ ਦਇਓ ਪੁੰਨ ਦਾਨ ਸਮਾਨ ਸੋ ਮਾਨ ਸੋ ਰਾਗ ਹੈ ਦੁਆਖਾ। ਰਾਗ ਤੇ ਦਵੈਸ਼ ਜਿਨ੍ਹਾਂ ਦੇ ਮਨ ਵਿੱਚ ਇੱਕ ਬਰਾਬਰ ਹੈ, ਨਾ ਕਿਸੇ ਨਾਲ ਰਾਗ ਹੁੰਦਾ ਤੇ ਦਵੈਖ, ਦੋ ਚੀਜ਼ਾਂ। ਇੱਕ ਤਾਂ ਬਿਨਾਂ ਕਿਸੇ ਕਾਰਨ ਤੋਂ ਹੀ ਕਿਸੇ ਨਾਲ ਉਹੀ ਪਿਆਰ ਜਿਹਾ ਕਰੀ ਜਾਣਾ, ਇੱਕ ਬਿਨਾਂ ਕਾਰਨ ਤੋਂ ਈਰਖਾ ਜੀ ਖੜੀ ਹੋ ਜਾਂਦੀ ਮਨ 'ਚ। ਇਹ ਮਨੁੱਖ ਦੀ ਇੱਕ ਪਹਿਚਾਣ ਹੈ ਕਿ ਉਹ ਰਾਗ ਤੇ ਦਵੈਸ਼ ਵਿੱਚ ਫਸਿਆ ਰਹਿੰਦਾ। ਪਰ ਸਤਿਗੁਰੂ ਜੀ ਰਾਗ ਤੇ ਦਵੈਸ਼ ਤੋਂ ਮੁਕਤ ਨੇ। ਮਹਾਰਾਜ ਜੀ ਦਾ ਤਾਂ ਹਰੇਕ ਨਾਲ ਇੱਕ ਜੈਸਾ ਹੀ ਪਿਆਰ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੀਨ ਇਸ਼ਨਾਨ ਕੀਤਾ, ਔਰ ਜਿਤਨੇ ਵੀ ਸ਼ੁਰੂ ਤੋਂ ਸੁਭਾਅ ਹੀ ਆ, ਬਸ ਮੰਗਤ ਆਦਿਕ ਨੇ ਸਾਰਿਆਂ ਨੂੰ, ਕਿਸੇ ਨੂੰ ਮਹਾਰਾਜ ਕਹਿੰਦੇ ਪਹਿਲਾਂ ਇਹਨਾਂ ਨੂੰ ਦਿਓ, ਸਭ ਨੂੰ ਮਠਿਆਈਆਂ, ਕੱਪੜਾ, ਲੀੜਾ,
ਜੋ ਜੋ ਚਾਹੀਦਾ, ਕਿਉਂਕਿ ਸਤਿਗੁਰੂ ਦੇ ਅੰਦਰ ਕੀ ਹੈ, ਸਤਿਗੁਰੂ ਦੇਖਦੇ ਨੇ ਇਹ ਸਾਰੇ ਮੇਰੇ ਜੀਵ ਨੇ, ਮੇਰੀ ਜੋਤ ਸਾਰਿਆਂ ਦੇ ਅੰਦਰ ਹੈ। ਇਸ ਕਰਕੇ ਸਤਿਗੁਰੂ ਜੀ ਤਾਂ ਸਾਰਿਆਂ ਨੂੰ ਇੱਕ ਜੈਸਾ ਹੀ ਸਮਝਦੇ ਹਨ। ਤਾਰ ਦੋ ਕੂਲ ਭਲੇ ਭਵ ਮੂਲ ਹਰੈ ਤਨ ਸੂਲਨ ਕਿੰਕਰ ਸੇਖਾ। ਹੁਣ ਦੋ ਕੂਲ ਜਿਹੜਾ ਸੀ ਸੁੰਦਰ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੁਪੱਟਾ ਗਲ ਵਾਲਾ ਔਰ ਦਸਤਾਰੇ ਆਦਿਕ ਸੋਹਣੇ ਸਜਾਉਣਾ ਕੀਤੇ। ਸੰਸਾਰ ਦਾ ਕਾਰਨ ਸਤਿਗੁਰੂ ਹਰੈ ਤਨ ਸੂਲਨ ਕਿੰਕਰ ਸੇਖਾ, ਸਾਰੇ ਦਾਸਾਂ ਦੇ ਸਰੀਰ ਦੇ ਦੁੱਖ ਦੂਰ ਕਰਦੇ ਹਨ। ਵੇਦਨ ਵੰਸ਼ ਸਰੋਜਨ ਸੂਰਜ ਭੂਖਨ ਊਖਤ ਸੋਹੇ ਵਸੇਖਾ। ਵੇਦੀਆਂ ਦੀ ਵੰਸ਼ ਦੇ ਜਿਹੜੇ ਨੇ, ਵੇਦੀ ਵੰਸ਼ ਕਮਲ, ਗੁਰੂ ਨਾਨਕ ਦੇਵ ਜੀ ਮਹਾਰਾਜ ਸਰੋਜਨ ਕਮਲਵਤ ਹਨ। ਸੂਰਜ ਭੂਖਨ ਉਖਤ ਸੋਹੇ ਵਸੇਖਾ, ਸੂਰਜ ਹਨ ਗੁਰੂ ਗਹਿਣੇ, ਉਖਾ ਸਮਾਨ ਮੋਹ ਰਹੇ ਹਨ। ਸੋ ਉਖਤ ਭਾਵ ਚੜ੍ਹਦੇ ਸੂਰਜ ਦੀ ਲਾਲੀ, ਉਸ਼ਾ ਤੋਂ ਭਾਵ ਇਸ ਤਰ੍ਹਾਂ ਕਿਰਨਾਂ ਜਿਹੜੀਆਂ ਹੁੰਦੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਬੜੇ ਹੀ ਸੁੰਦਰ ਲੱਗ ਰਹੇ ਨੇ। ਰੂਪ ਅਨੂਪਮ ਸਾਤ ਮਨੋ ਕੀਏ ਗਿਆਨ ਅਸ਼ਾਦਨ ਜਿਉ ਧਰ ਵੇਖਾ। ਗੁਰਾਂ ਦਾ ਜਿਹੜਾ ਰੂਪ ਹੈ ਕਹਿੰਦੇ ਉਪਮਾ ਤੋਂ ਰਹਿਤ ਹੈ, ਸ਼ਾਂਤ ਚਿੱਤ ਹੈ ਸਤਿਗੁਰੂ ਮਹਾਰਾਜ। ਮਾਨੋ ਗਿਆਨ ਨਹੀਂ ਆਪਣਾ ਸਰੂਪ ਸ੍ਰਿਸ਼ਟੀ ਉੱਤੇ ਧਾਰਿਆ। ਇਸ ਤਰ੍ਹਾਂ ਸਤਿਗੁਰੂ ਜੀ ਨੇ ਸੋਹਣੇ ਰੂਪ ਨੂੰ ਲਿਬਾਸ ਧਾਰਨ ਨੇ ਆਸ਼ਾਦਨ ਕੀਤਾ, ਜਿਸ ਤਰ੍ਹਾਂ ਉਹਨਾਂ ਦੇ ਸ਼ਾਂਤ ਸਰੂਪ ਨੂੰ ਗਿਆਨ ਨੇ ਢਕਿਆ ਹੋਇਆ। ਆਸ਼ਾਦਨ ਤੋਂ ਭਾਵ ਇੱਥੇ ਹਨੇਰਾ ਪਾਉਣ ਦੀ ਨਹੀਂ, ਪਰ ਬੜੀ ਜਚਾ ਦੇਣ ਦੀ ਗੱਲ ਕਰਦੇ ਨੇ। ਜਿਸ ਤਰ੍ਹਾਂ ਮਨੁੱਖੀ ਭੇਖ ਧਾਰਨ ਕਰਕੇ ਆਪਣੇ ਗਿਆਨ ਸਰੂਪ ਨੂੰ ਢਕਿਆ ਹੋਇਆ, ਲੁਕਾਇਆ ਹੋਇਆ, ਉਸੇ ਤਰ੍ਹਾਂ ਸ਼ਾਂਤਮਈ ਸੋਹਣੇ ਰੂਪ ਨੂੰ ਲਾੜੇ ਵਾਲੇ ਲਿਬਾਸ ਨੇ ਲੁਕਾ ਕੇ ਰੱਖਿਆ ਹੋਇਆ ਹੈ। ਸੋਈਆ ਸੀਸ ਬੱਧਾ ਸਿਰ ਪੇਚ ਬਫੈ ਗਰ ਮਾਲ ਬਨੀ ਮੁਲ ਤਾਲਣ ਕੀ। ਹੁਣ ਸੀਸ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁੰਦਰ ਦਸਤਾਰ, ਸੀਸ ਬੱਧਾ ਸਿਰ ਪੇਚ ਫਵੈ, ਪੇਚ ਸੋਹਣੇ ਦਸਤਾਰ ਦੇ ਸੋਹਣੀ ਸਜਾ ਕਰਕੇ ਗੋਲ ਦਸਤਾਰਾ, ਔਰ ਗਰ ਮਾਲ ਬਨੀ ਮੁਕਤਾਲਨ ਕੀ, ਮੋਤੀਆਂ ਦੀ ਮਾਲਾ ਆਦਿਕ ਗਲੇ ਵਿੱਚ ਚੱਲ ਰਹੀ ਰਿਵਾਜ ਦੇ ਮੁਤਾਬਕ ਹੀ ਸਤਿਗੁਰੂ ਨੇ ਪਾਏ ਹਨ। ਵਿਵਾਹ ਕਾਰਜ ਹੈ। ਲੋਚਨ ਲੋਲ ਬਿਲੋਕਤ ਲੋਕਨ ਪੀਰ ਹਰੈ ਅਗ ਜਾਲਣ ਕੀ। ਚੰਚਲ ਨੇਤਰਾਂ ਨਾਲ ਜਦ ਤੱਕਦੇ ਨੇ ਸਤਿਗੁਰੂ ਮਹਾਰਾਜ ਤਾਂ ਲੋਕਾਂ ਨੂੰ ਤਾਂ ਸਾਰਿਆਂ ਦੇ ਪਾਪਾਂ ਦੀ ਪੀੜਾ ਨੂੰ ਨਾਸ ਹੀ ਕਰ ਦਿੰਦੇ ਹਨ। ਪ੍ਰਤਾਪ ਹੈ, ਭਗਤੀ ਹੈ, ਜਿੱਥੇ ਸ਼ਕਤੀ ਹੈ, ਜਿੱਥੇ ਆਨੰਦ ਹੈ, ਇਹ ਚੀਜ਼ਾਂ ਅਸਲ ਕਈ ਚੀਜ਼ਾਂ ਬਿਨਾਂ ਦੇਖਿਆ ਨਹੀਂ ਸਮਝ ਲੱਗਦੀਆਂ। ਕਿਸੇ ਪੂਰਨ ਪੁਰਖ ਦੇ ਜਦੋਂ ਦਰਸ਼ਨ ਕਰੀਏ, ਕੁਝ ਉਹਨਾਂ ਵਿੱਚ ਚੀਜ਼ਾਂ ਐਸੀਆਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਸਰੀਰ ਵਿਕਾਰਾਂ ਤੋਂ ਮੁਕਤ ਹੁੰਦਾ ਹੈ। ਵਿਕਾਰਾਂ ਤੋਂ ਮੁਕਤ ਸਰੀਰ ਦੀ ਕੁਝ ਗੱਲ ਹੋਰ ਹੁੰਦੀ। ਉਹਨਾਂ ਦੇ ਨੇਤਰਾਂ ਦੇ ਵਿੱਚ ਵੀ ਵਿਕਾਰਾਂ ਨੂੰ ਕੱਟਣ ਦੀ ਤਾਕਤ ਹੁੰਦੀ। ਮਨੁੱਖ ਦੀਆਂ ਅੱਖਾਂ ਵਿੱਚ ਵਿਕਾਰ ਦੇਖੇ ਜਾ ਸਕਦੇ ਨੇ, ਮਨੁੱਖ ਦੇ ਸਰੀਰ ਵਿੱਚ ਵਿਕਾਰ ਦੇਖੇ ਜਾ ਸਕਦੇ ਨੇ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਿਕਾਰਾਂ ਤੋਂ ਰਹਿਤ ਨੇ। ਜਿੱਧਰ ਨੂੰ ਤੱਕ ਲੈਂਦੇ ਨੇ, ਮਾਨੋ ਵਿਕਾਰਾਂ ਦੇ ਉੱਤੇ ਇਸ ਤਰ੍ਹਾਂ ਅਸਰ ਪੈਂਦਾ ਕਿ ਬੰਦੇ ਦੇ ਮਨ ਦੇ ਅੰਦਰ ਆਪੇ ਹੀ ਸ਼ੁੱਧੀ ਆ ਜਾਂਦੀ ਹੈ। ਸੁੰਦਰ ਜਿਉ ਅਰਬਿੰਦ ਖਿਰਾ ਮੁਖ ਜਾਂਗਤ ਕੀਨ ਬਿਹਾਲਣ ਕੀ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਜਿਹੜਾ ਸਰੂਪ ਹੈ, ਕਮਲ ਵਾਂਗੂ ਖਿੜਿਆ ਹੋਇਆ ਹੈ, ਸੋਹਣਾ ਮੁਖ ਕਮਲ ਵਾਂਗ ਖਿੜਿਆ ਹੋਇਆ। ਗਿਰਾ ਜੇ ਗਿਆਨ ਸਿਖਾਲਨ ਕੀ, ਜਿਸ ਨੇ ਬੇਹਾਲ ਦੁਖੀਆਂ ਦੀ ਕਲਿਆਣ ਕੀਤੀ ਹੈ। ਇਸ ਤਰ੍ਹਾਂ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਸਤਿਗੁਰੂ ਮਹਾਰਾਜ ਕੀ ਕਰਦੇ, ਜਾਂਗਤ ਕੀਨ ਬਿਹਾਲਨ ਕੀ, ਤਾਂ ਜਿਸ ਨੇ ਬੇਹਾਲ ਦੁਖੀਆਂ ਦੀ ਕਲਿਆਣ ਕੀਤੀ ਹੈ। ਕੁੰਡਲ ਡੋਲ ਕਪੋਲ ਅਮੋਲ ਗਿਰਾ ਜਿਹੇ ਗਿਆਨ ਸਿਖਾਲਣ ਕੀ। ਜਿਨ੍ਹਾਂ ਦੀ ਜਿਹੜੀ ਬਾਣੀ ਹੈ ਇਹ ਗਿਆਨ ਨੂੰ ਸਿਖਾਲਣ ਵਾਲੀ ਬਾਣੀ, ਜਿਨ੍ਹਾਂ ਦੀ ਗਿਆਨ ਸਿਖਾਉਣ ਵਾਲੀ ਹੈ, ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੋਭਨੀਕ ਹੋ ਰਹੇ ਨੇ। ਖੜੈਲਾ ਕਾਲੂ ਲਾਲੂ ਆਦ ਸੋ ਬੇਦੀ ਰਾਜਈ। ਬਾਬਾ ਕਲਿਆਣ ਚੰਦ ਜੀ, ਬਾਬਾ ਲਾਲ ਚੰਦ ਜੀ, ਸਾਰੇ ਬੇਦੀ ਬੜੇ ਹੀ ਸੋਹਣੇ ਸੋਭਨੀਕ ਹੋ ਰਹੇ ਹਨ। ਅਲੰਕਾਰ ਪਟ ਰੁਚਰ ਸਭਾ ਸਦ ਸਾਜਈ। ਗਹਿਣੇ ਕੱਪੜੇ ਆਦਿਕ ਸੁੰਦਰ ਸਾਰੇ ਜਿਤਨੇ ਵੀ ਨੇ ਸਜ ਰਹੇ ਹਨ, ਸਭ ਸਦਾ ਦੇ। ਬਹੁ ਜਾਚਕ ਕੀ ਭੀੜ ਲੇਤ ਹੈ ਆਨ ਕੈ। ਬਹੁਤ ਸਾਰੇ ਮੰਗਤਿਆਂ ਦੀ, ਮੰਗਣ ਵਾਲਿਆਂ ਦੀ ਭੀੜ ਆ ਕੇ ਮੰਗਦੀ ਹੈ। ਹੋਂਦ ਹਿਤ ਸਰਬ ਕੋ ਦਾਨ ਹਿਰਦੈ ਸੁਖ ਮਾਨ ਕੈ। ਮਨ ਦੇ ਅੰਦਰ ਸੁਖ ਮੰਨ ਕੇ ਦਾਨ ਦਿੰਦੇ ਨੇ। ਸ਼ੁਰੂ ਤੋਂ ਹੀ ਆਦਤ ਹੈ ਸ੍ਰਿਸ਼ਟੀ ਨੂੰ ਰਜਾਉਣ ਦੀ, ਕੱਪੜਾ ਦੇਣ ਦੀ,
ਸ਼ੁਰੂ ਤੋਂ ਹੀ ਪ੍ਰਮਾਤਮਾ ਨੂੰ ਆਦਤ ਹੈ। ਅਨਕ ਭਾਂਤ ਕੇ ਹੋਤ ਸੋ ਕੌਤਕ ਦੇਖਾਈ। ਅਨੇਕ ਪ੍ਰਕਾਰ ਦੇ ਕੌਤਕ ਹੋ ਰਹੇ ਨੇ, ਦੇਖ ਰਹੇ ਹਨ ਸਾਰੇ। ਸ਼ੈਲ ਛਬੀਲੇ ਹਸਹਿ ਬਿਲਾਸ ਬਸੇਖਾਈ। ਸ਼ੈਲ ਛਬੀਲੇ ਜਿਹੜੇ ਨੌਜਵਾਨ ਨੇ ਹੱਸ ਰਹੇ ਨੇ ਬੜੇ ਸੁੰਦਰ ਲਿਬਾਸਾਂ ਵਿੱਚ। ਬਖਸ਼ਹਿ ਬਹੁ ਬਖਸ਼ੀਸ ਪ੍ਰਮੋਦ ਵਢਾਈ ਕੈ। ਖੁਸ਼ੀ ਵਧਾ ਕਰਕੇ ਬਹੁਤ ਸਾਰੀਆਂ ਬਖਸ਼ਿਸ਼ਾਂ ਗੁਰੂ ਨਾਨਕ ਦੇਵ ਜੀ ਸਭ ਤੇ ਕਰ ਰਹੇ ਨੇ। ਓ ਧੰਨ ਧੰਨ ਮੁਖ ਕਹੈ ਰਹਿਓ ਜਸ ਛਾਈ ਕੈ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਮੁਖੋਂ ਕਹਿੰਦੇ ਨੇ ਸਾਰੇ ਜਿਨ੍ਹਾਂ ਦਾ ਜਸ ਛਾਇਆ ਹੋਇਆ। ਦੋਹਰਾ ਤਿਹਸ਼ਨ ਇਕ ਨ ਰਿਆਇ ਕੈ। ਬੋਲਿਓ ਜੁਗ ਕਰ ਜੋਰ। ਉਸ ਵਕਤ ਇੱਕ ਬੰਦਾ ਆ ਕੇ ਦੋਨੋਂ ਹੱਥ ਜੋੜ ਕੇ ਬੋਲਿਆ, ਗਮਨ ਹੋ ਅਚਨੇ ਅਸਨ ਕੋ ਕਰ ਕਰਣਾ ਚੱਕ ਕੋਰ। ਕਹਿੰਦੇ ਚਲੋ ਜੀ, ਅੱਖਾਂ ਦੇ ਕੋਣੇ ਦੀ ਕਿਰਪਾ ਭਾਵ ਕਿਰਪਾ ਦ੍ਰਿਸ਼ਟੀ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਤੱਕਿਆ। ਕਹਿੰਦੇ ਚਲੋ ਜੀ, ਮਹਾਰਾਜ ਸੱਚੇ ਪਾਤਸ਼ਾਹ ਭੋਜਨ ਦਾ ਸਮਾਂ ਹੋ ਗਿਆ ਜੀ। ਸਤਿਗੁਰੂ ਮਹਾਰਾਜ ਨੇ ਪ੍ਰਸੰਨ ਹੋ ਕੇ ਉਹਦੇ ਵੱਲ ਤੱਕਿਆ। ਸੋਰਠਾ ਸਭੈ ਸਮਾਜ ਸੁਹਾਤ ਕਾਲੂ ਕੀਨ ਰਜਾਏ ਤਬ। ਸਾਰਾ ਸਾਜੋ ਸਮਾਨ ਭਾਵ ਜਿਤਨੇ ਆਏ ਨੇ ਨਾਲ ਸਭ ਸੋਭਨੀਕ ਹੋ ਕੇ ਤਿਆਰ ਹੋ ਕੇ ਚੱਲੇ ਨੇ। ਬਾਬਾ ਕਲਿਆਣ ਚੰਦ ਜੀ ਨੇ ਸਭ ਨੂੰ ਕਿਹਾ ਚਲੋ ਬਈ ਚੱਲ ਕੇ ਭੋਜਨ ਕਰੀਏ। ਦੁਲਹ ਸਹਿਤ ਬਰਾਤ ਗਮਨੇ ਮੂਲੇ ਕੇ ਸਦਨ। ਉਸ ਵਕਤ ਸਾਰੀ ਬਰਾਤ ਗੁਰੂ ਨਾਨਕ ਦੇਵ ਜੀ ਦੇ ਸਮੇਤ ਬਾਬਾ ਮੂਲ ਚੰਦ ਜੀ ਦੇ ਘਰ ਗਈ। ਸਵਈਆ ਪਾਏ ਭਲੇ ਅਰਬਿੰਦ ਚਲੇ ਗਤ ਮੰਦ ਮਨੋਹਰ ਹੈ ਸੁੰਦਰੀ। ਬਹੁਤ ਸੁੰਦਰ ਚਾਲ ਹੈ ਜਿਨ੍ਹਾਂ ਦੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜੋ ਸੋਹਣੇ ਚਰਨ ਨੇ ਇੱਕ ਇੱਕ ਕਰਕੇ ਮਸਤ ਚਾਲ ਵਿੱਚ ਟਿਕ ਰਹੇ ਨੇ। ਬੜੇ ਆਨੰਦਮਈ ਪਿਆਰ ਭਰੇ ਲਹਿਜੇ ਵਿੱਚ ਚੱਲ ਰਹੇ ਮਹਾਰਾਜ। ਬਾਹੋ ਵਿਸਾਲ ਕਿਊਰ ਬਨਾ ਅੰਗੁਰੀ ਨਾਗ ਕੰਚਨ ਕੀ ਮੁੰਦਰੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਵਕਤ ਸਮੇਂ ਦੇ ਮੁਤਾਬਕ ਸਤਿਗੁਰੂ ਮਹਾਰਾਜ ਹਲੇ ਪਹਿਨ ਰਹੇ ਨੇ। ਕੁਝ ਚੀਜ਼ਾਂ ਜਿਹੜੀਆਂ ਮਹਾਰਾਜ ਨੇ ਬਾਅਦ ਵਿੱਚ ਵਿਵਰਜਿਤ ਕੀਤੀਆਂ, ਰੋਕਿਆ, ਜਾਂ ਕਵੀ ਜੀ ਆਪਣੀ ਕਵਿਤਾ ਦੀ ਸੁਹੱਪਣ ਨੂੰ ਹੀ ਬਣਾਈ ਜਾ ਰਹੇ ਨੇ। ਪਰ ਇਹ ਚੀਜ਼ ਆਪਾਂ ਦੇਖੀ ਕਿ ਬਚਪਨ ਵਿੱਚ ਹਲੇ ਬਾਬਾ ਕਲਿਆਣ ਚੰਦ ਨੇ ਜਿਵੇਂ ਛਾਂਪ ਦੇਤੀ, ਗੜਬਾ ਦੇਤਾ, ਮਹਾਰਾਜ ਨੇ ਉਹ ਛਾਂਪ ਗੜਬਾ ਸਾਧ ਨੂੰ ਹੀ ਫੜਾਤਾ ਇੱਕ ਨੂੰ। ਇਸ ਕਰਕੇ ਕੁਝ ਚੀਜ਼ਾਂ ਪ੍ਰਚਲਿਤ ਨੇ, ਸਤਿਗੁਰੂ ਕੁਝ ਇਸ਼ਾਰੇ ਕਰ ਵੀ ਰਹੇ ਨੇ ਕਿ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈ। ਦਾਰਮ ਦਾਤਨ ਸੋ ਮੁਸਕਾਤ ਕੇ ਹੀਰਨ ਪਾਤ ਮਨੋ ਗੁੰਦਰੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹੱਸਦੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੰਦ ਆਦਿਕ ਨੇ ਉਹ ਬੜੇ ਹੀ ਸੁੰਦਰ ਲੱਗਦੇ ਨੇ, ਜਿਵੇਂ ਹੀਰਿਆਂ ਦੀ ਇੱਕ ਲਾਈਨ ਬਣਾ ਦਈਏ। ਕਿਉਂ ਸੋਹਣੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮੁਖ ਕਮਲ ਹਨ। ਉਨਤ ਕੰਧ ਉਧਾਰ ਲਿਲਾਰ ਸੋ ਚਾਰ ਕੇ ਚੰਦ ਆਨੰਦ ਧਰੀ। ਮਹਾਰਾਜ ਦੇ ਮੋਢੇ ਬੜੇ ਉੱਚੇ ਉੱਚੇ ਸੋਹਣੇ ਹਨ ਔਰ ਮਸਤਕ ਬੜਾ ਸੁੰਦਰ ਚੌੜਾ, ਮਾਨੋ ਜਿਵੇਂ ਚੰਦਰਮਾ ਹੁੰਦਾ ਹੈ। ਹਾਥ ਪੈ ਹਾਥ ਧਰੇ ਹਿਤ ਸਾਥ ਕਹੈ ਗੁਣ ਗਾਥਨ ਜੋ ਚੱਲ ਆਏ। ਸੋ ਹੱਥ ਤੇ ਹੱਥ ਧਰ ਕਰਕੇ ਇਸ ਤਰ੍ਹਾਂ ਗੁਣਾਂ ਨੂੰ ਗਾਉਣ ਵਾਲੇ ਸਤਿਗੁਰੂ ਗੁਣਾਂ ਦੇ ਖਜ਼ਾਨੇ ਚੱਲ ਕੇ ਆਏ ਨੇ। ਬੂਲੇ ਨਿਕੇਤ ਵਿਖੈ ਪ੍ਰਵੇਸੇ ਜਹ ਸੁੰਦਰ ਰੰਗ ਵਿਛਾਵਨ ਛਾਏ। ਬਾਬਾ ਮੂਲ ਚੰਦ ਜੀ ਦੇ ਗ੍ਰਹਿ ਵਿਖੇ ਆ ਕੇ ਪ੍ਰਵੇਸ਼ ਹੋਏ ਨੇ, ਜਿੱਥੇ ਘਰ ਦੇ ਵਿੱਚ ਸੁੰਦਰ ਬਸਤਰ ਵਿਛਾਏ ਬੈਠਣ ਲਈ। ਪਾਂਤਨ ਭਾਤ ਬਰਾਤ ਸੁਹਾਤ ਹੈ ਪਾਂਤਨ ਪਾਤ ਬਨਾਏ ਬਸਾਏ। ਹੁਣ ਇਹਦੇ ਨਾਲ ਬਹੁਤ ਸੁੰਦਰ ਬਰਾਤ ਜਿਹੜੀ ਭਾਂਤ ਭਾਂਤ ਦੀ ਆਈ ਸੋਭਨੀਕ, ਉਹਨਾਂ ਦੀਆਂ ਉਸ ਵਕਤ ਪੰਗਤ ਦਰ ਪੰਗਤਾਂ ਬਣਾ ਕਰਕੇ ਪੰਗਤਾਂ ਲੱਗਦੀਆਂ ਸਨ ਪੁਰਾਣੇ ਸਮਿਆਂ ਵਿੱਚ। ਫਿਰ ਹੌਲੀ ਹੌਲੀ ਕੱਪੜਿਆਂ ਕਰਕੇ ਥੋੜਾ ਜਿਹਾ ਔਖਿਆਈ ਹੋਣ ਲੱਗੀ ਬਹਿਣ ਦੀ, ਜਿਸ ਕਰਕੇ ਫਿਰ ਹੌਲੀ ਹੌਲੀ ਇਹ ਮੇਜ਼ ਆ ਗਏ। ਮੇਜ਼ਾਂ ਦੇ ਉੱਤੇ ਖੜ ਕੇ ਖਾਣ ਲੱਗ ਪਏ। ਪਹਿਲਾਂ ਪੁਰਾਣੇ ਰਿਵਾਜ ਅਨੁਸਾਰ ਪਿੰਡਾਂ ਵਿੱਚ ਪੰਗਤਾਂ ਲਾ ਕੇ ਬਿਠਾ ਕੇ ਹੀ ਬਰਾਤ ਨੂੰ ਖਵਾਉਂਦੇ ਸਨ। ਭਾਂਜਨ ਭੂਰ ਧਰੇ ਸਭ ਅਗਰਣ ਸੂਪਨ ਕਾਰ ਸੋ ਭੋਜਨ ਲਿਆਏ। ਭਾਂਡੇ ਸਾਰਿਆਂ ਨੂੰ ਦਿੱਤੇ ਗਏ ਅਤੇ ਰਸੋਈ ਜਿਹੜੇ ਤਿਆਰ ਕਰਨ ਵਾਲੇ ਸੂਪਕਾਰ ਨੇ ਉਹਨਾਂ ਨੇ ਸਾਰਿਆਂ ਨੂੰ ਆ ਕੇ ਪ੍ਰਸ਼ਾਦਾ ਵਰਤਾਇਆ। ਈਕੇ ਮਹਾ ਪਕਵਾਨ ਪ੍ਰੋਸਤ ਮਾਦਰਤਾ ਮਦ ਜਿਉ ਮਦਰਾਏ। ਬਹੁਤ ਮਿਠਾਸ ਭਰੇ ਜਿਹੜੇ ਅੱਛੇ ਅੱਛੇ ਪਕਵਾਨ ਹਨ ਸੇਵਾ ਦੇ ਵਿੱਚ ਲਿਆ ਕਰਕੇ ਉਸ ਵਕਤ ਜਿਹੜੇ ਨੇ ਐਸੇ ਸੁੰਦਰ ਇਹ ਹਾਜ਼ਰ ਕੀਤੇ ਨੇ ਲਿਆ ਕਰਕੇ। ਸਾਰੀ ਬਰਾਤ ਦੀ ਭਲੀ ਭਾਂਤ ਜਿਹੜੀ ਹੈ ਉਸ ਵਕਤ ਸੇਵਾ ਕੀਤੀ, ਜਿਸ ਨੂੰ ਛਕ ਕਰਕੇ ਸਾਰੇ ਜਣੇ ਬੜੇ ਪ੍ਰਸੰਨ ਹੋਏ ਨੇ। ਦੋਹਰਾ ਤਹਿਸ਼ਨ ਸ੍ਰੀ ਸੁਖਦਾਨ ਕੋ ਲੈ ਗਏ ਅੰਤਰ ਧਾਮ। ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੁਖਾਂ ਦੇ ਦਾਤੇ
ਉਹਨਾਂ ਨੂੰ ਘਰ ਦੇ ਅੰਦਰ ਲੈ ਕੇ ਗਏ ਸਤਿਕਾਰ ਨਾਲ। ਗਜ ਗਾਮਨ ਜਤ ਦਾਮਨੀ ਸਸ ਬਦਨੀ ਜਹ ਬਾਮ। ਜਿੱਥੇ ਮਾਤਾ ਸੁਲੱਖਣੀ ਜੀ ਸਜੇ ਹੋਏ ਹਨ ਉਸ ਥਾਂ ਤੇ ਪਹੁੰਚੇ ਹਨ। ਸਵਈਆ ਹਾਸ ਬਿਲਾਸ ਸਵਾਸ ਪ੍ਰਕਾਸ਼ੈ ਕਰੈ ਸੁਖ ਦਾਹਨ ਕੋ ਸੁਖ ਦਾਨ ਹੈ ਸੋ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨਾਲ ਸਾਰੇ ਜਾਣੇ ਬੜਾ ਹਾਸ ਵਿਲਾਸ ਜਿਵੇਂ ਵਿਆਹ ਆਦਿਕ ਚ ਕਰਦੇ ਨੇ, ਇਸ ਤਰੀਕੇ ਨਾਲ ਬਹੁਤ ਸਾਰਾ ਹਾਸ ਵਿਲਾਸ ਕਰਨਾ ਪੁਰਾਣੀਆਂ ਰੀਤੀਆਂ ਵਿੱਚ ਹੌਲੀ ਹੌਲੀ ਤਬਦੀਲੀ ਆਉਂਦੀ ਹੈ ਮਰਿਆਦਾ ਅੰਦਰ। ਦੋਹਰਾ ਸੋਹਤ ਵਿੱਚ ਬਰਾਤ ਕੇ ਕੰਚਨ ਮਹਿਮਨ ਸੋਏ। ਬਰਾਤ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਇਸ ਤਰ੍ਹਾਂ ਮਹਾਰਾਜ ਜੀ ਸੋਭਨੀਕ ਹੋ ਰਹੇ ਨੇ ਜਿਵੇਂ ਸੋਨੇ ਦੇ ਵਿੱਚ ਬਹੁਤ ਅੱਛੀ ਜੜਤ ਕੀਤੀ ਹੁੰਦੀ ਹੀਰੇ ਦੀ। ਸਜਤ ਬੇਦੀਆਂ ਕੀ ਸਭਾ ਲਜਤ ਸੁਧਰਮਾ ਹੋਏ। ਕਹਿੰਦੇ ਬੜੇ ਬੜੇ ਰਾਜੇ ਵੀ ਜਿਹੜੇ ਨੇ ਉਹ ਵੀ ਸ਼ਰਮਸਾਰ ਹੁੰਦੇ ਨੇ। ਬੇਦੀਆਂ ਦੀ ਬਰਾਤ ਅੱਜ ਗੁਰੂ ਨਾਨਕ ਸਾਹਿਬ ਕਰਕੇ ਇੰਨੀ ਸੁੰਦਰ ਲੱਗਦੀ ਹੈ ਕਿ ਸਾਰਿਆਂ ਨਾਲੋਂ ਸੁਹੱਪਣ ਜਿਹੜਾ ਇੰਦਰ ਦੇਵਤੇ ਦੀ ਸਭਾ ਦਾ ਦੱਸਿਆ, ਕਹਿੰਦੇ ਇੰਦਰ ਦੇਵ ਵੀ ਅੱਜ ਸ਼ਰਮਸਾਰ ਹੁੰਦਾ ਕਿ ਇੰਨਾ ਸੋਹਣਾ ਤਾਂ ਮੇਰਾ ਵੀ ਇਸ ਥਾਂ ਦੇ ਉੱਤੇ ਥਾਂ ਨਹੀਂ ਹੈ ਜਿੰਨੇ ਸੋਹਣੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ। ਸਵਈਆ ਬਾਰ ਮੁਖੀ ਸਿਰ ਮਾਂਗ ਸਵਾਰ ਸਭਾ ਕੇ ਮਝਾਰ ਭਲੀ ਵਿਦਿਆਈ। ਸਾਰੇ ਜਾਣੇ ਆਪੋ ਆਪਣੇ ਕੱਪੜੇ ਲੀੜੇ ਵੱਧ ਤੋਂ ਵੱਧ ਜ਼ੋਰ ਲਾ ਰਹੇ ਨੇ ਕਿਉਂਕਿ ਖਾਨਦਾਨ ਵੀ ਬੜਾ ਵੱਡਾ ਸੀ ਔਰ ਬੇਦੀਆਂ ਦੇ ਜਿਹੜੇ ਖਾਨਦਾਨ ਸੀ ਇਹਨਾਂ ਦੇ ਵਿੱਚ ਕਿਉਂਕਿ ਰਾਜੇ ਮਹਾਰਾਜਿਆਂ ਵਾਲੇ ਸਾਰੇ ਗੁਣ ਮੌਜੂਦ ਸਨ, ਇਸ ਕਰਕੇ ਬੜਾ ਸੁੰਦਰ ਜਿਹੜਾ ਆਪਣੇ ਆਪ ਨੂੰ ਸਜਾ ਧਜਾ ਕਰਕੇ ਇੱਕ ਚੀਜ਼ ਇਹ ਸਾਰੇ ਲੋਕਾਂ ਵਿੱਚ ਚੱਲੀ ਆਉਂਦੀ ਸੀ ਕਿ ਜੇ ਮੈਂ ਹੁਣ ਨਾ ਦਿਖਾਇਆ ਫਿਰ ਕਦੋਂ ਦਿਖਾਵਾਂਗੇ। ਵਿਆਹ ਤੇ ਵੱਧ ਤੋਂ ਵੱਧ ਆਪਣਾ ਗਹਿਣੇ ਦਿਖਾਉਣੇ, ਕਿਸੇ ਨੇ ਕੱਪੜੇ ਦਿਖਾਉਣੇ, ਮੁੜ ਕੇ ਤਾਂ ਕਹਿੰਦੇ ਇਸ ਤਰ੍ਹਾਂ ਸਮਾਂ ਹੀ ਨਹੀਂ ਆਉਂਦਾ ਹੈ। ਇਸ ਤਰ੍ਹਾਂ ਸਾਰੇ ਜਾਣੇ ਜਿਹੜੇ ਸੀ ਉਹ ਆਪਣਾ ਦਿਖਾਵਾ ਕਰ ਰਹੇ ਸਨ। ਅੜੇਲਾ ਵਿਸਰੇ ਦੇਸ਼ਨ ਕਾਲ ਸਵਾ ਸਦ ਜੇ ਸਭੈ। ਸਭਾ ਦੇ ਵਿੱਚ ਸਜੇ ਹੋਏ ਸਨ ਜਿਹੜੇ, ਉਹਨਾਂ ਨੂੰ ਦੇਸ਼ ਕਾਲ ਵਸਤੂ ਸਭ ਭੁੱਲਿਆ ਹੋਇਆ ਸੀ। ਇਹ ਤਿੰਨ ਚੀਜ਼ਾਂ ਹੁੰਦੀਆਂ ਨੇ। ਦੇਸ਼ ਕਿੱਥੇ ਹਾਂ ਇਸ ਵਕਤ ਇਹ ਨਹੀਂ ਪਤਾ, ਤਲਵੰਡੀ ਬੈਠੇ ਆ, ਸੁਲਤਾਨਪੁਰ ਬੈਠੇ ਆ ਜਾਂ ਉੱਥੇ ਬਟਾਲੇ ਬੈਠੇ ਆ, ਇਹ ਭੁੱਲੇ ਹੋਏ ਨੇ। ਇੱਕ ਟਾਈਮ ਕੀ ਆ ਇਹ ਵੀ ਨਹੀਂ ਪਤਾ। ਔਰ ਇਹ ਸਾਰੀਆਂ ਚੀਜ਼ਾਂ ਬੰਦਾ ਜਦੋਂ ਭੁੱਲ ਜਾਂਦਾ ਉਦੋਂ ਸਮਝਦੇ ਬੜਾ ਮਸਤ ਹੋਇਆ ਬੈਠਾ ਹੈ। ਮੁਸਕਾਨੇ ਸੁਖਦਾਨ ਹੇਰ ਤਨ ਵਿਦ ਤਬੈ। ਸੁਖਾਂ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ ਸਭ ਨੂੰ ਦੇਖ ਕੇ। ਇੰਦਰ ਜਾਲ ਕੇ ਰੇਤ ਜਗਤ ਪਰ ਪੰਚ ਜੋ। ਸਤਿਗੁਰੂ ਹੱਸ ਰਹੇ ਨੇ ਦੁਨੀਆ ਦੀਆਂ ਗੱਲਾਂ ਦੇਖ ਕੇ। ਕਹਿੰਦੇ ਇੰਦਰ ਜਾਲ ਵਾਂਗੂ ਇਹ ਲੋਕ ਕਿਵੇਂ ਫਸੇ ਨੇ ਮਰਿਆਦਾਵਾਂ 'ਚ, ਦਿਖਾਵੇ ਵਿੱਚ, ਕੱਪੜਿਆਂ 'ਚ, ਖਾਣੇ ਪੀਣੇ 'ਚ, ਝੂਠੀਆਂ ਖੁਸ਼ੀਆਂ, ਐਵੇਂ ਹੱਸੀ ਜਾਂਦੇ। ਲੋਕ ਸਮਝਦੇ ਸਤਿਗੁਰੂ ਸਾਡੇ ਕਰਕੇ ਹੱਸਦੇ ਆ ਬਈ ਅਸੀਂ ਜੋ ਹੱਸ ਰਹੇ ਸਾਰੇ, ਸਤਿਗੁਰੂ ਉਹਨਾਂ ਦੇ ਅਗਿਆਨਤਾ ਤੇ ਹੱਸ ਰਹੇ ਨੇ। ਉਹ ਲੋਕ ਹੱਸ ਰਹੇ ਨੇ ਕਿ ਸ਼ਾਇਦ ਸਤਿਗੁਰੂ ਮਹਾਰਾਜ ਸਾਨੂੰ ਦੇਖ ਕੇ ਖੁਸ਼ ਹੋ ਰਹੇ ਨੇ ਵੀ ਸਾਡੇ ਗਹਿਣੇ ਪਾਏ ਨੇ, ਵੀ ਮਹਾਰਾਜ ਪਤਾ ਨਹੀਂ ਕੱਪੜੇ ਦੇਖ ਕੇ ਹੱਸ ਰਹੇ ਨੇ। ਕੋਈ ਕਹਿੰਦਾ ਬਾਬੇ ਮੂਲ ਚੰਦ ਦਾ ਘਰ ਦੇਖ ਕੇ ਖੁਸ਼ ਹੋ ਰਹੇ, ਬੜੇ ਵੱਡੇ ਸਹੁਰੇ ਘਰ ਮਿਲ ਗਏ। ਲੋਕਾਂ ਦੀ ਆਪਣੀ ਸੋਚ ਹੈ ਤੇ ਗੁਰੂ ਸਾਹਿਬ ਦੀ ਆਪਣੀ ਸੋਚ ਹੈ। ਉਹ ਇਸ ਪ੍ਰਕਾਰ ਲਖ ਹਿਰਦੈ ਸਦੀਵ ਅਵੰਚ ਜੋ। ਮਹਾਰਾਜ ਸੱਚੇ ਪਾਤਸ਼ਾਹ ਜੋ ਸਦੀਵ ਕਾਲ ਹੀ ਠੱਗਣ ਤੋਂ ਰਹਿਤ ਨੇ। ਅਬੰਚ, ਬੰਚ ਹੁੰਦਾ ਠੱਗਣਾ, ਠੱਗਣ ਤੋਂ ਰਹਿਤ ਗੁਰੂ ਨਾਨਕ ਦੇਵ ਜੀ ਨੂੰ ਮਾਇਆ ਠੱਗਣੀ ਠੱਗ ਨਹੀਂ ਸਕਦੀ, ਉਹ ਅਬੰਚ ਕਹੀਦਾ। ਅਬੰਚ ਪ੍ਰਮਾਤਮਾ ਲੋਕਾਂ ਦੀ ਇਹ ਜਿਹੜੀ ਚਾਲ ਹੈ ਇਹਨੂੰ ਦੇਖ ਦੇਖ ਕੇ ਹੱਸ ਰਹੇ ਨੇ ਕਿ ਦੁਨੀਆ ਦੇਖੋ ਕਿੱਥੇ ਫਸੀ ਹੋਈ ਹੈ। ਜਿਉ ਦਰਬ ਬਹੁਤ ਇਸੈ ਮਹਾ ਸੁਖ ਕੰਦ ਹੈ। ਦਇਓ ਦਰਬ ਬਹੁਤ ਇਸੈ, ਉਸ ਵਕਤ ਬਹੁਤ ਸਾਰਾ ਦਰਬ ਆਦਿਕ ਦਿੱਤਾ। ਇਹਨਾਂ ਨੇ ਜਿੰਨੇ ਬੁਲਾਏ ਲੋਕ ਜਿਹੜੇ, ਕੋਈ ਆਪਣੀ ਢੋਲ ਢਮੱਕੇ ਲਈ ਫਿਰਦੇ ਆ, ਕੋਈ ਕੁਛ ਲਈ ਫਿਰਦਾ। ਇੱਕ ਮੌਕਾ ਜਾਣ ਕੇ ਵਿਆਹ ਦੇ ਉੱਤੇ ਮੰਗਣ ਵਾਲੇ ਕੋਈ ਨਾ ਕੋਈ ਆਪਣਾ ਕਰਤੱਵ ਜਿਹਾ ਦਿਖਾਉਣ ਵਾਲਾ ਨਵਾਂ ਹੀ ਆ ਖੜਦਾ। ਦੇਖਿਆ ਪੰਜਾਬ ਦੇ ਅੰਦਰ ਕਿਸੇ ਦੇ ਘਰ ਵਿਆਹ ਹੈ, ਕੋਈ ਲੜਕਾ ਹੋਇਆ, ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ। ਇੱਕ ਗਿਆ, ਦੂਜਾ ਗਿਆ, ਤੀਜਾ ਰਾਤ ਤੱਕ ਤੁਰੇ ਰਹਿੰਦੇ ਨੇ। ਆਪਣਾ ਹੀ ਨਵਾਂ ਹੀ ਕੋਈ ਸਾਜ਼ ਜਿਹਾ ਲੈ ਕੇ ਵਜਾਉਣਾ ਸ਼ੁਰੂ ਕਰ ਦਿੰਦੇ, ਕੋਈ ਨੱਚਣਾ ਸ਼ੁਰੂ ਕਰ ਦਿੰਦਾ, ਕੋਈ ਤਾੜੀਆਂ ਜੀ ਵਾਲੇ ਆ ਜਾਂਦੇ, ਕੋਈ ਕਿਵੇਂ। ਉਹ ਲੋਕਾਂ ਨੇ ਫਿਰ ਥੋੜੇ ਥੋੜੇ ਪੈਸੇ ਰੱਖੇ ਹੁੰਦੇ ਨੇ, ਰੇਟ ਹੀ ਵਧੀ ਜਾਂਦੇ ਉਹਨਾਂ ਦੇ। ਇਸ ਤਰੀਕੇ ਨਾਲ ਉਹ ਲੋਕਾਂ ਦੇ
ਗੁਜ਼ਾਰੇ ਹੀ ਇਹਨਾਂ ਢੰਗਾਂ ਨਾਲ ਹੁੰਦੇ ਸ਼ੁਰੂ ਤੋਂ ਲੈ ਕੇ। ਬੇਦੀ ਚੰਦ ਮੁਕੰਦ ਸੋ ਬ੍ਰਹਮਾਨੰਦ ਹੈ। ਹੁਣ ਬੇਦੀਆਂ ਦੀ ਕੁਲ ਦੇ ਮੁਕਤੀ ਦਾਤਾ ਗੁਰੂ ਨਾਨਕ ਦੇਵ ਚੰਦਰਮਾ ਰੂਪ ਬ੍ਰਹਮਾਨੰਦ ਵਿੱਚ ਹੀ ਲੀਨ ਨੇ। ਦਿਵਸ ਤੀਨ ਅਸਰੀਤ ਬਰਾਤ ਸੁਹਾਵਨੀ। 3 ਦਿਨ ਤੱਕ ਇਸ ਤਰ੍ਹਾਂ ਬਰਾਤ ਸੋਭਨੀਕ ਹੋ ਰਹੀ ਹੈ। ਸਤਿਗੁਰੂ ਆਪਣੀ ਸ੍ਰਿਸ਼ਟੀ ਦਾ ਤਮਾਸ਼ਾ ਦੇਖ ਕੇ ਹੀ ਹੱਸੀ ਜਾਂਦੇ ਨੇ। ਜਿਵੇਂ 10ਵੇਂ ਪਾਤਸ਼ਾਹ ਨੇ ਕਿਹਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਤਾਂ ਹੋਰ ਉੱਚੀ ਅਵਸਥਾ 'ਚ ਨੇ, ਉਹ ਦੁਨੀਆ ਦਾ ਭਲਾ ਕਰਨਾ ਚਾਹੁੰਦੇ ਨੇ। ਸਤਿਗੁਰੂ ਸੋਚਦੇ ਇਹ ਲੋਕ ਬਸ ਇੱਥੇ ਤੱਕ ਹੀ ਖੁਸ਼ ਨੇ, ਇਹਨਾਂ ਨੂੰ ਆਤਮਿਕ ਆਨੰਦ ਦਾ ਪਤਾ ਹੀ ਨਹੀਂ ਵਿਚਾਰਿਆਂ ਨੂੰ। ਅੱਜ ਬਈ ਉੱਥੇ ਬੜੀ ਮਠਿਆਈ ਸੀ, ਉੱਥੇ ਬੜਾ ਨਾਚ ਗਾਣਾ ਸੀ, ਉੱਥੇ ਬੜੇ ਬਾਜੇ ਵੱਜ ਰਹੇ ਸੀ, ਲੋਕੀ ਇੱਥੇ ਤੱਕ ਸੀਮਤ ਨੇ। ਸਤਿਗੁਰੂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਵਾਚ ਰਹੇ ਨੇ, ਜਦੋਂ ਚੰਗੀ ਤਰ੍ਹਾਂ ਦੇਖ ਲਿਆ ਫਿਰ ਉਪਦੇਸ਼ ਕਰਨਗੇ। ਹੋ ਰਹੀ ਕਹੀ ਜਿਉ ਆਥ ਕਥਾ ਬਰ ਪਾਵਨੀ। ਇਸ ਤਰੀਕੇ ਨਾਲ ਜਿਵੇਂ ਪਹਿਲਾਂ ਇਹ ਜਿਹੜੀ ਕਥਾ ਹੈ ਨਾ ਸ੍ਰੇਸ਼ਟ ਪਵਿੱਤਰ, ਉਹ ਕਹੀ ਹੈ ਜਿਵੇਂ ਹੋਈ ਹੈ। ਤਨ ਪਨ ਮਾਨ ਪਠਾਹ ਕਾਰਨ ਆਇਓ। ਫਿਰ ਬੰਦਾ ਭੇਜਿਆ ਉਹਨਾਂ ਨੇ, ਉਸ ਵਕਤ ਸੱਦਣ ਆਇਆ। ਗਮਨੈ ਲੈਨ ਵਿਦਾਇ ਰਿਦਾ ਉਮਗਾਇਓ। ਹੁਣ ਕਹਿੰਦੇ ਨੇ ਵਿਦਾਇਗੀ ਲਈਏ ਚੱਲਣ ਲਈ। ਉਸ ਵਕਤ ਮਨ ਦੇ ਅੰਦਰ ਉਤਸ਼ਾਹ ਹੋਇਆ ਵਾਪਸੀ ਦਾ। ਕਾਲੂ ਲਾਲੂ ਆਦ ਸੋ ਪਰਮਾਨੰਦ ਜੋ। ਬਾਬਾ ਕਲਿਆਣ ਚੰਦ ਜੀ, ਲਾਲ ਚੰਦ ਜੀ ਆਦਿਕ ਜੋ ਪਰਮਾਨੰਦ ਜੀ ਹਨ। ਹੋ ਮੂਲੇ ਆਲੀਏ ਜਾਏ ਮਿਲੇ ਆਨੰਦ ਸੋ। ਬਾਬਾ ਮੂਲ ਚੰਦ ਜੀ ਦੇ ਘਰ ਜਾ ਕੇ ਉਹਨਾਂ ਨੂੰ ਹੁਣ ਵਿਦਾਇਗੀ ਲੈਣ ਹਿਤ ਮਿਲੇ। ਸਵਈਆ ਭਾਂਜਨ ਭੂਖਨ ਚੀਰ ਪਟੰਬਰ ਸੁੰਦਰ ਹੈ ਪਸਮੰਦਰ ਭਾਰੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਦਿੱਤੀਆਂ ਨੇ, ਭਾਂਡੇ ਗਹਿਣੇ ਕੱਪੜਾ ਪਟੰਬਰ ਸੁੰਦਰ ਪਸ਼ਮੰਬਰ ਭਾਰੇ, ਗੁਰੂ ਨਾਨਕ ਦੇਵ ਜੀ ਆਪਣੇ ਨਿਸ਼ਾਨੇ ਤੇ ਬੈਠੇ, ਦੇ ਦਿਓ ਵੰਡੋ, ਸਾਰੇ ਮੰਗਤਿਆਂ ਨੂੰ ਹੀ ਦਊਂਗਾ। ਇਹ ਕਹਿੰਦੇ ਨੇ ਅਸੀਂ ਤੁਹਾਡੇ ਘਰ ਲਈ ਦੇ ਰਹੇ ਹਾਂ। ਮਹਾਰਾਜ ਕਹਿੰਦੇ ਕੋਈ ਨਹੀਂ, ਸਭ ਵੰਡ ਦੇਣੇ ਗਰੀਬਾਂ ਨੂੰ, ਜਿੰਨੇ ਵੀ ਤੁਸੀਂ ਦਓਗੇ। ਬਹੁਤਾ ਨਹੀਂ ਸਤਿਗੁਰੂ ਕਰਦੇ। ਸਤਿਗੁਰੂ ਕਹਿੰਦੇ ਬਸ ਬੰਦੇ ਲਈ 2 ਭਾਂਡੇ ਬਹੁਤ ਹੁੰਦੇ ਰੋਟੀ ਖਾਣ ਜੋਗੇ, ਆਹ 2 ਕੱਪੜੇ ਪਾਉਣ ਨੂੰ ਬੜੇ ਹੁੰਦੇ, 2 ਫੁਲਕੇ ਸਤਿਗੁਰੂ ਕਹਿੰਦੇ 24 ਘੰਟੇ ਬਾਅਦ ਬੜੇ ਹੁੰਦੇ ਆ। ਬਾਕੀ ਸਮਾਂ ਬਹੁਤਾ ਬੰਦਾ ਨਾਮ ਹੀ ਜਪੇ। ਸਤਿਗੁਰੂ ਦਾ ਕੁਝ ਤਰੀਕਾ ਵੱਖਰਾ ਹੀ ਕਿਸਮ ਦਾ ਹੈ। ਪਰ ਜਿਹੜੇ ਲੋਕ ਨੇ ਉਹ ਜ਼ਿਆਦਾ ਵਿਸ਼ਵਾਸ ਕਰਦੇ, ਘਰ ਨੂੰ ਭਰ ਕੇ ਰੱਖਿਆ ਜਾਵੇ, ਬਹੁਤ ਭਰ ਕੇ ਰੱਖਦੇ ਘਰ ਨੂੰ। ਉਹ ਚੀਜ਼ਾਂ ਮਨ ਨੂੰ ਮਨੋਰੰਜਨ ਦੇਈ ਜਾਂਦੀਆਂ, ਖੁਸ਼ੀ ਹੋਈ ਸਾਡੇ ਘਰ 'ਚ ਇੰਨੀਆਂ ਚੀਜ਼ਾਂ, ਸਾਡੇ ਘਰ 'ਚ ਇੰਨੀਆਂ ਚੀਜ਼ਾਂ। ਉਹ ਸਾਰੀ ਜ਼ਿੰਦਗੀ ਇਹ ਠੱਗੀ ਵੱਜੀ ਜਾਂਦੀ ਬੰਦੇ ਨਾਲ। ਬਾਜਨ ਸਾਜਨ ਵੀਨ ਸਜੇ ਬਹੁ ਦਾਜ ਦੀਨੋ ਤੰਗ ਤੁਖਾਰੇ। ਹੁਣ ਬਹੁਤ ਸਾਰੇ ਉੱਥੇ ਜਿਹੜੇ ਹਨ ਸਾਜ ਆਦਿਕ ਵੱਜੇ ਨੇ, ਤੇ ਕਿਤਨੇ ਹੀ ਜਿਹੜੇ ਨੇ ਇਹ ਕਹਿੰਦੇ ਆਪਣੇ ਵੱਲੋਂ ਲੋਕ ਉਸ ਵਕਤ ਇਸ ਅੱਖਰ ਨੂੰ ਇਉਂ ਕਹਿੰਦੇ ਸੀ ਕਿ ਅਸੀਂ ਦਾਜ ਦਿੱਤਾ, ਅਸੀਂ ਬੜਾ ਸਮਾਨ ਦਿੱਤਾ। ਇਹ ਜਿਹੜਾ ਪੁਰੀ ਦਾ ਹੋਰ ਸਾਰੇ ਲੋਕ ਇਕੱਠੇ ਹੋਏ ਸੀ, ਇਹਨਾਂ ਨੇ ਆ ਕਰਕੇ ਪੰਚ ਜਿਹੜੇ ਪੰਚ ਸੀਗਾ, ਹਿੱਤਾ ਜੀ ਦਾ ਨਾਮ ਸੀ, ਆਪਾਂ ਪਹਿਲਾਂ ਵੀ ਸ਼ਰਵਣ ਕੀਤਾ, ਉਹ ਵੀ ਆਏ ਇਕੱਠੇ ਹੋ ਕੇ ਸਾਰੇ। ਇਸ ਤਰ੍ਹਾਂ ਜਿਤਨਾ ਜਸ ਕਰਨ ਵਾਸਤੇ ਵੀ, ਜਸ ਵਾਸਤੇ ਲੋਕ ਦਿੰਦੇ ਨੇ ਦਾਜ ਆਦਿਕ। ਫਿਰ ਪਿੰਡ 'ਚ ਗੱਲ ਹੁੰਦੀ, ਫਿਰ ਇਲਾਕੇ 'ਚ ਗੱਲ ਹੁੰਦੀ ਵੀ ਪਹਿਲਾਂ ਲੋਕ ਜਦੋਂ ਨਵੇਂ ਸ਼ੁਰੂ ਕੀਤੀ ਉਹਨਾਂ ਨੇ ਵੀ ਸਕੂਟਰ ਦਿੱਤਾ, ਫਿਰ ਕਾਰਾਂ ਤੇ ਜ਼ਮਾਨਾ ਆ ਗਿਆ, ਹੁਣ ਮਹਿੰਗੀਆਂ ਕਾਰਾਂ ਤੇ ਆ ਗਿਆ, ਹੌਲੀ ਹੌਲੀ ਹੈਲੀਕਾਪਟਰ ਦੇਣ ਲੱਗ ਜਾਣਗੇ। ਫਿਰ ਇਸ ਤਰ੍ਹਾਂ ਗਾਹਾਂ ਦੀ ਗੱਲ, ਕੋਈ ਜਹਾਜ਼ 'ਚ ਵਿਆਹ ਕਰਾਈ ਜਾਂਦਾ। ਇਹ ਕਿਉਂ ਕਰਾਉਂਦੇ? ਵਡਿਆਈ ਲਈ। ਮਹਾਰਾਜ ਕਹਿੰਦੇ ਜਿਹੜੀ ਅਸਲ ਵਡਿਆਈ ਨਾਮ ਦੀ ਆ ਉਹ ਕੋਈ ਵੀ ਨਹੀਂ ਲੈਂਦਾ। ਵਡਿਆਈ ਨਾਮ ਦੀ ਗੁਰੂ ਨਾਨਕ ਸਾਹਿਬ ਤੋਂ, ਉਹਦੇ ਦਰ ਤੋਂ ਨਹੀਂ ਲੈਂਦਾ। ਦੁਨੀਆ 'ਚ ਵਡਿਆਈਆਂ ਕਰਾਈ ਜਾਂਦੇ। ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੀਆਂ ਵਡਿਆਈਆਂ ਨੇ, ਦੁਨੀਆ ਦੀਆਂ ਵਡਿਆਈਆਂ ਅੱਗੀ ਛੇਤੀ ਜਾਲ, ਅੱਗ ਲਾ ਦੇ ਕਹਿੰਦੇ ਇਹਨਾਂ ਵਡਿਆਈਆਂ ਨੂੰ। ਇਹ ਵਡਿਆਈਆਂ ਕੀ ਕਰਨੀਆਂ ਜੇ ਦਰਗਾਹ ਵਿੱਚ ਜਾ ਕੇ ਕੁੱਟ ਪੈਗੀ। ਕੰਚਨ ਔਰ ਖਜੂਰ ਦਈਓ ਪਨ ਦਾਸੀ ਦਈ ਤਨੀਆਂ ਹਿਤਕਾਰੇ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਦੇਣਾ ਕੀਤੀਆਂ ਹਨ। ਫਿਰ ਇਹਨਾਂ ਨੇ ਜਿਹੜਾ ਦਿੱਤਾ ਸੀ ਕੰਚਨ, ਸੋਨਾ ਦਿੱਤਾ ਆਪਣੇ ਵੱਲੋਂ, ਖਜੂਰ ਤੋਂ ਭਾਵ ਚਾਂਦੀ ਦਿੱਤੀ ਜਿਹੜੀ ਬਹੁਤ ਸਾਰੀ ਸੀ। ਇਹ ਸਾਰੀਆਂ ਚੀਜ਼ਾਂ ਇੱਕ ਪੁੱਤਰੀ ਵਾਸਤੇ, ਸੇਵਾ ਵਾਸਤੇ, ਨਾਲ ਦਾਸੀ ਵੀ ਦਿੱਤੀ ਕਿ ਸਾਡੀ ਭਾਈ ਬੇਟੀ ਕੰਮਕਾਰ ਠੀਕ ਹੀ ਕਰਦੀ ਆ ਦਾਸੀ ਨਾਲ ਲੈ ਜਾਓ, ਇੱਥੇ ਕੰਮ ਕਰੇਗੀ। ਦਾਜ ਦੀਨ ਵੱਡੇ ਪੁਰ ਪੰਚ ਨੇ ਜੋ ਜਸ ਸੰਚਨ ਕੀਨ ਸਵਾਰੇ। ਹੁਣ ਇਹ ਪੰਚ ਨੇ ਸਾਰਾ ਦਾਜ ਇਸ ਤਰ੍ਹਾਂ ਕਹਿੰਦੇ ਇਕੱਠਾ ਕਰਕੇ ਹਿੱਤੇ ਪੰਚ ਨੇ ਦਿੱਤਾ ਵੀ ਸਾਰਾ ਕੰਮ ਠੀਕ ਹੋਵੇ, ਸੇਵਾ ਅੱਛੀ ਹੋਵੇ, ਸਾਡੇ ਵੱਲੋਂ ਵਡਿਆਈ ਲਈ ਦਿੱਤਾ। ਮਾਧਵ ਸੰਗ ਸੋ ਮੂਲਾ ਤਵੈ ਪੁਨ ਪੰਚਾ ਹਿਤਾ ਸਭ ਹੋਏ ਇਕਠਾਏ। ਇਹ ਸਾਰੇ ਜਾਣੇ ਇਕੱਠੇ ਹੋਏ ਨੇ, ਹਿਤਾ ਨਾਮੇ ਪੈਂਚ ਔਰ ਰਿਸ਼ਤੇਦਾਰ ਬਾਬਾ ਮੂਲ ਚੰਦ ਜੀ ਸਾਰੇ।
ਦੇ ਕਰ ਹੋਏ ਅਧੀਨ ਰਹੇ ਕਰ ਬੰਦ ਦਉ ਮੁਖ ਬੈਨ ਅਲਾਏ। ਦੇ ਕਰਕੇ ਅਧੀਨ ਜੇ ਹੋ ਕੇ ਹੱਥ ਜੋੜ ਕੇ ਇੱਕ ਮਰਿਆਦਾ ਹੁੰਦੀ ਤੁਰਨ ਲੱਗਿਆਂ ਮੂੰਹ ਚੋਂ ਇਹ ਗੱਲ ਕਹੀਦੀ ਹੈ। ਆਤਮ ਜਾ ਮਮ ਕਰੀ ਜਾਨੋ ਔਰ ਕਛੂ ਨਹਿ ਮੇ ਬਨ ਆਏ। ਇੰਨਾ ਕੁਝ ਦੇਣ ਦੇ ਬਾਵਜੂਦ ਵੀ ਕਹਿੰਦੇ ਆਤਮ ਜਾ ਤੋਂ ਭਾਵ ਆਪਣੇ ਆਪ ਤੋਂ ਪੈਦਾ ਹੋਈ ਕੀ ਹੁੰਦੀ ਪੁੱਤਰੀ। ਕਹਿੰਦੇ ਮੈਂ ਆਪ ਸਿਰਫ ਆਕੀ ਪੁੱਤਰੀ ਜੀ ਆ ਤੁਹਾਡੀ ਦਾਸੀ ਇਹੀ ਦੇ ਸਕਿਆ, ਹੋਰ ਸਾਡੇ ਗਰੀਬਾਂ ਕੋਲ ਦੇਣ ਨੂੰ ਕੁਛ ਨਹੀਂ ਹੈ। ਆਪ ਸਭਾ ਮਿਦ ਲਾਇਕ ਹੋ ਜਗ ਜੋ ਕਹੇ ਆਪ ਸਮੈ ਹਰ ਖਾਏ। ਤੁਸੀਂ ਸਾਰੇ ਤਰੀਕੇ ਨਾਲ ਜੱਗ ਦੇ ਵਿੱਚ ਲਾਇਕ ਹੋ ਔਰ ਇਸ ਤਰ੍ਹਾਂ ਮਰਿਆਦਾ ਦੇ ਅੱਖਰ ਬੋਲ ਕੇ ਜੋ ਲੋਕਾਂ ਵਿੱਚ ਪ੍ਰਚਲਿਤ ਹੁੰਦੇ ਨੇ, ਦੇ ਵੀ ਸਭ ਕੁਝ ਦੇਣਾ ਤੇ ਬਾਅਦ ਵਿੱਚ ਤੁਰਦਿਆਂ ਇਹ ਵੀ ਕਹਿਣਾ ਜੀ ਅਸੀਂ ਦੇਣ ਜੋਗੇ ਤਾਂ ਕੁਛ ਨਹੀਂ ਸੀਗੇ, ਆਹੀ ਬਣਿਆ ਸਰਿਆ ਦੇਤਾ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉਲਟ ਨੇ। ਸਤਿਗੁਰੂ ਕਹਿੰਦੇ ਨਾਲੇ ਤਾਂ ਅਗਲੇ ਦਾ ਸਾਰਾ ਕੁਝ ਲੈ ਲੈਣਾ, ਨਾਲੇ ਇਹ ਵੀ ਕਹਾਉਣਾ ਜੀ ਦੇਣ ਜੋਗੇ ਕੁਛ ਨਹੀਂ। ਜਿਹਨੇ ਆਪਣੀ ਬੇਟੀ ਦੇਤੀ ਉਹ ਪਿੱਛੇ ਕੀ ਰੱਖ ਲਿਆ, ਸਾਰਾ ਕੁਝ ਤਾਂ ਦੇ ਦਿੱਤਾ। ਅਸਲ ਵਿੱਚ ਐਸੇ ਜਿਹੜੇ ਸੰਬੰਧ ਨੇ ਉਹ ਫਿੱਕੇ ਪੈ ਜਾਂਦੇ ਨੇ। ਸਭ ਤੋਂ ਸੋਹਣਾ ਸੰਬੰਧ ਹੁੰਦਾ ਜਿੱਥੇ ਪਰਿਵਾਰਾਂ ਵਿੱਚ ਪ੍ਰੇਮ ਹੋਵੇ, ਏਕਤਾ ਇਤਫਾਕ ਹੋਵੇ। ਜੇ ਇਹਨਾਂ ਚੀਜ਼ਾਂ ਪਿੱਛੇ ਲੜਾਈ ਝਗੜੇ ਫਿਰ ਫਿੱਕ ਪੈ ਜਾਂਦਾ ਪਦਾਰਥਾਂ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਅੱਛਾ ਹੁੰਦਾ ਏਕ ਜੋਤ ਦੋਇ ਮੂਰਤੀ ਧਨ ਫਿਰ ਕਹੀਐ ਸੋਏ। ਕਿਉਂ ਸਤਿਗੁਰੂ ਮਹਾਰਾਜ ਦਾ ਸੁੰਦਰ ਇਹ ਕਾਰਜ ਹੋਇਆ ਹੈ। ਅੱਗੇ ਫਿਰ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ ਸੋਮਵਾਰ ਨੂੰ। ਕੱਲ ਨੂੰ ਫਿਰ ਆਪਾਂ ਨੇ ਸਿਮਰਨ ਵੀ ਕਰਨਾ ਹੁੰਦਾ ਔਰ ਪਿਆਰ ਸਤਿਕਾਰ ਨਾਲ ਸਾਰੀ ਸੰਗਤ ਨੇ ਸ਼ਰਵਣ ਕੀਤਾ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਪੁਰਾਣੀਆਂ ਜਿਹੜੀਆਂ ਆਪਣੇ ਸੁਣ ਕੇ ਮਨ ਦੇ ਅੰਦਰ ਵਸਦੀਆਂ ਕਿ ਪੁਰਾਣੇ ਸਮੇਂ ਵਿੱਚ ਕੀ ਹੋਇਆ, ਮਹਾਰਾਜ ਨੇ ਕੀ ਕੀਤਾ। ਉਹ ਸਾਰੀਆਂ ਚੀਜ਼ਾਂ ਤੋਂ ਫਿਰ ਬਾਅਦ ਵਿੱਚ ਕਈ ਸਿੱਖਿਆਵਾਂ ਵੀ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਕੀ ਸੋਚਦੇ, ਦੁਨੀਆ ਕੀ ਸੋਚਦੀ ਹੈ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ। ਮਹਾਰਾਜ ਕਹਿੰਦੇ ਪੈਸੇ ਵਾਸਤੇ ਧਰਮ ਗਵਾਈ ਜਾਂਦੇ ਲੋਕ ਆਪਣਾ। ਤਾਂ ਸਤਿਗੁਰੂ ਮਹਾਰਾਜ ਸਾਨੂੰ ਨਾਮਦਾਨ ਲਈ ਪ੍ਰੇਰਦੇ ਨੇ। ਨਾਮ ਜਪ ਕੇ ਜੀਵਨ ਨੂੰ ਸਫਲਾ ਕਰੀਏ। ਵਾਹਿਗੁਰੂ 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 ਵਾਹਿਗੁਰੂ